ਗੁੱਡ ਮਾਰਨਿੰਗ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। 6ਵੇਂ ਪੇਪਰ ਦਾ ਕਦੋਂ ਟਾਈਮ ਹੈ? ਹੈ ਜੀ 6ਵੇਂ ਪੇਪਰ ਦਾ ਟਾਈਮ ਹੈ ਦੂਸਰਾ ਪੇਪਰ ਹੈ ਜੀ। ਬਸ 4 5 6 ਇਹ ਲਗਾਤਾਰ ਚੱਲੇਗਾ ਇਦਾਂ ਹੀ। ਅੱਛਾ ਜੀ, ਮੈਂ ਸੇਵਾ ਕਰਨਾ ਜੀ। ਅੱਜ 4ਵਾਂ ਪੇਪਰ ਸਟਾਰਟ ਕਰਨ ਲੱਗੇ ਜੀ ਆਪਾਂ। ਪਹਿਲਾ ਲੈਕਚਰ ਤੁਸੀਂ ਥੋੜਾ ਫੋਲੋ ਅਪ ਪੇਪਰ ਹੋ ਗਏ। ਤੁਸੀਂ ਫੋਲੋ ਅਪ ਰੱਖੋਗੇ ਨਾ, 4 ਖਤਮ ਹੁੰਦੇ 5 5 ਨਾਲ 6 ਚੱਲੇਗਾ। ਠੀਕ ਹੈ। ਹਾਂ, ਤੁਸੀਂ ਫੋਲੋ ਰੱਖੋਗੇ, ਨਾਲ ਨਾਲ ਦੇਖਦੇ ਰਹੋਗੇ। ਜੋ ਹੀ ਅਸੀਂ ਕੋਈ ਨਵਾਂ ਸਬਜੈਕਟ ਸ਼ੁਰੂ ਕਰਾਂਗੇ, ਨਵਾਂ ਪੇਪਰ ਸ਼ੁਰੂ ਕਰਾਂਗੇ ਤਾਂ ਆਨਲਾਈਨ ਗਰੁੱਪ ਦੇ ਵਿੱਚ ਮੈਸੇਜ ਆਉਂਦਾ ਰਹੇਗਾ। ਠੀਕ ਹੈ ਜੀ। ਹਾਂ, ਤੁਸੀਂ ਥੋੜਾ ਫੋਲੋ ਰੱਖਣਾ ਹੈ। ਇੱਕ ਜ਼ਰੂਰੀ ਆ ਬਾਬਾ, ਇੱਕ ਵਾਰੀ ਪੜਾਵਾਂਗੇ ਆਪਾਂ, ਇਹਦੀ ਰਿਵੀਜ਼ਨਾਂ ਵੀ ਕਰਾਂਗੇ ਸਾਰਿਆਂ ਦੀਆਂ ਪੇਪਰਾਂ ਦੀ, ਜਿੰਨੇ ਵੀ ਪੜ੍ਹਾ ਰਹੇ ਹਾਂ। ਫਿਰ ਸ਼ਾਰਟ ਟਾਈਮ ਦੇ ਵਿੱਚ ਇਹਨਾਂ ਦੀਆਂ ਰਿਵੀਜ਼ਨਾਂ ਵੀ ਕਰਾਂਗੇ। ਜੇ ਜ਼ਰੂਰਤ ਪਈ ਤਾਂ 2 ਵਾਰੀ ਕਲਾਸ ਵੀ ਲਗਾ ਸਕਦੇ ਹਾਂ, ਸਵੇਰੇ ਸ਼ਾਮ ਵੀ ਕਰ ਸਕਦੇ ਹਾਂ, ਜੇ ਸਾਡੇ ਕੋਲ ਕਿਸੇ ਵੇਲੇ ਟਾਈਮ ਘੱਟ ਰਹਿ ਜਾਂਦਾ ਹੈ। ਇਸ ਕਰਕੇ ਆਪਣੇ ਕੋਲ ਇਹ ਟਾਈਮ ਬਹੁਤ ਹੈਗਾ, ਇਸ ਕਰਕੇ ਆਪਾਂ ਥੋੜਾ ਸਲੋ ਚੱਲ ਰਹੇ ਹਾਂ, ਵਧੀਆ ਤਰੀਕੇ ਨਾਲ ਡਿਟੇਲਸ ਪੜ੍ਹ ਰਹੇ ਹਾਂ। ਠੀਕ ਹੈ ਜੀ। ਹਾਂ, ਜੇ ਸਾਨੂੰ ਸਪੀਡ ਦੀ ਲੋੜ ਪਈ ਤੇ ਸਾਡੇ ਕੋਈ ਪੇਪਰਾਂ ਦੀ ਅਨਾਉਂਸਮੈਂਟ ਹੋ ਜਾਂਦੀ ਕਿਸੇ ਸਮੇਂ ਜਾ ਕੇ, ਤਾਂ ਅਸੀਂ ਮਤਲਬ ਵੀ ਕਿਸੇ ਵੀ ਹਾਲਤ ਵਿੱਚ ਜਿਹੜਾ ਹੈਗਾ ਪੇਪਰ ਦਾ ਸਬਜੈਕਟ ਨਹੀਂ ਰਹਿਣ ਦੇਵਾਂਗੇ। ਠੀਕ ਹੈ ਜੀ। ਨਾਲੇ ਕਹਿੰਦੇ ਅਗਸਤ ਜਾਂ ਸਤੰਬਰ ਚ ਹੈ ਐਗਜ਼ਾਮ। ਜਦੋਂ ਵੀ ਆਉਂਦਾ ਜੀ ਅਸੀਂ ਉਦੋਂ ਪਹਿਲਾਂ ਪੜ੍ਹਾ ਦੇਵਾਂਗੇ, ਜੇ ਸਾਨੂੰ ਕਲਾਸਿਸ ਡਬਲ ਕਰਨੀਆਂ ਪੈਣ, ਸਵੇਰੇ ਸ਼ਾਮ ਵੀ ਲਗਾਉਣੀ ਪਵੇ ਚਾਹੇ। ਠੀਕ ਹੈ। ਠੀਕ ਹੈ ਜੀ। ਹਾਂ ਹਾਂਜੀ ਹਾਂਜੀ। ਹਾਂ ਹਾਂ ਹਾਂ। ਅੱਜ ਅਸੀਂ ਡਿਸਕਸ ਕਰਾਂਗੇ ਜੀ। ਕੱਲ ਅਸੀਂ ਪੜ੍ਹਿਆ ਸੀਗਾ ਆਪਣਾ ਹੈਗਾ ਸੀ ਬਾਉਂਡਰੀਜ਼ ਬਾਰੇ, ਔਰ ਮੈਂ ਆਪਾਂ ਦੁਬਾਰਾ ਰਿਵੀਜ਼ਨ ਵੀ ਕਰ ਲਈ ਸੀ। ਆਪਾਂ ਅੱਜ ਰਿਵੀਜ਼ਨ ਕਰਨ ਦੀ ਇੰਨੀ ਲੋੜ ਨਹੀਂ ਜਾਪਦੀ ਮੈਨੂੰ। ਠੀਕ ਹੈ ਜੀ। ਬਾਉਂਡਰੀਜ਼ ਐਂਡ ਸਰਵੇ ਮਾਰਕਸ ਬਾਰੇ ਕੱਲ ਪੜ੍ਹਿਆ ਸੀਗਾ, ਤੇ ਅੱਜ ਅਸੀਂ ਨਵਾਂ ਜਿਹੜਾ ਹੈਗਾ ਪੇਪਰ ਹੈਗਾ, ਪੇਪਰ ਨੰਬਰ 4। ਪੇਪਰ ਨੰਬਰ 4 ਦਾ ਪਹਿਲਾ ਲੈਕਚਰ ਹੈ ਜੀ ਅੱਜ, ਜਿਹਦੇ ਵਿੱਚ ਅਸੀਂ ਅੱਜ ਸ਼ੁਰੂ ਕਰਾਂਗੇ ਇਹ ਜਿਹੜੇ 3 ਸਾਡੇ ਐਕਟ ਹੈਗੇ ਨੇ। ਜਿਹੜਾ ਪਹਿਲਾ ਐਕਟ ਹੈਗਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953। ਪੰਜਾਬ ਸਿਕਿਉਰਿਟੀ ਆਫ, ਮੈਂ ਪਿੱਛੇ ਬੋਰਡ ਤੇ ਵੀ ਨੋਟ ਕੀਤੇ ਨੇ, ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953, ਪੈਪਸੂ ਟੈਨੈਂਸੀ ਐਂਡ ਐਗਰੀਕਲਚਰ Land Act 1955, then Land Reforms Act 1972। देखो ਜਿਹੜੇ ਇਹ 2 ਐਕਟ ਨੇ 1953 ਤੇ 55, ਜੋ ਹੀ ਸਾਡਾ ਇਹ ਜਿਹੜਾ ਐਕਟ ਬਣਿਆ 1972 ਵਾਲਾ Land Reforms Act, ਇਸ ਐਕਟ ਦੇ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਜਿਹੜੇ ਦੋਨੋਂ ਐਕਟ ਹੈਗੇ ਆ 1953 ਤੇ 55 ਪੰਜਾਬ, ਇਹਨੂੰ ਅਸੀਂ ਸ਼ਾਰਟ ਦੇ ਵਿੱਚ ਪੰਜਾਬ ਐਕਟ ਕਹਿ ਦਿੰਦੇ ਹਾਂ। ਪੰਜਾਬ ਐਕਟ 53, ਡਿਟੇਲ ਦੇ ਵਿੱਚ ਇਹਦਾ ਨਾਮ ਹੈ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 53, ਤੇ ਸ਼ਾਰਟ ਦੇ ਵਿੱਚ ਇਸ ਨੂੰ ਅਸੀਂ ਪੰਜਾਬ ਐਕਟ ਕਹਿੰਦੇ ਹਾਂ। ਤੇ ਸ਼ਾਰਟ ਦੇ ਵਿੱਚ ਜਿਹੜਾ ਅਗਲਾ ਐਕਟ ਹੈਗਾ ਪੈਪਸੂ ਟੈਨੈਂਸੀ ਐਂਡ ਐਗਰੀਕਲਚਰ ਲੈਂਡ ਐਕਟ 55, ਇਹਨੂੰ ਸ਼ਾਰਟ ਦੇ ਵਿੱਚ ਅਸੀਂ ਪੈਪਸੂ ਐਕਟ ਕਹਿ ਦਿੰਦੇ ਹਾਂ। ਪੈਪਸੂ ਕੀ ਹੈ? ਇਹ ਦੋਨੇ ਐਕਟਾਂ ਦੇ ਜਿਹੜੇ ਦੋਨੋਂ ਐਕਟ ਨੇ ਅੱਜ ਦੀ ਡੇਟ ਦੇ ਵਿੱਚ ਇਹ ਰਿਪੀਲ ਹੋ ਚੁੱਕੇ ਨੇ, ਪਰ ਜਿਹੜਾ ਨਵਾਂ ਐਕਟ ਹੈਗਾ ਉਹ ਪੰਜਾਬ ਲੈਂਡ ਰਿਫਾਰਮਸ ਐਕਟ 1972 ਬਣ ਚੁੱਕਾ। ਪਰ ਫਿਰ ਵੀ ਸਾਨੂੰ ਬੇਸਿਕ ਜਾਣਕਾਰੀ ਦੇ ਲਈ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ ਸਾਡੇ ਇਹ ਐਕਟਾਂ ਦੇ ਸੰਬੰਧ ਵਿੱਚ। ਕੁਝ ਜਿਹੜੇ ਪੁਰਾਣੇ ਸਾਡੇ ਕੇਸ ਚੱਲਦੇ ਨੇ, ਉਹਨਾਂ ਤੇ ਇਹ ਪੁਰਾਣੇ ਐਕਟ ਹੀ ਲਾਗੂ ਹੋ ਰਹੇ ਨੇ। ਉਹ ਇਹਨਾਂ ਐਕਟਾਂ ਦੇ ਅਧੀਨ ਹੀ ਕੇਸ, ਜਿਹੜੇ ਮੁਕੱਦਮੇ ਨੇ ਉਹ ਚੱਲ ਰਹੇ ਨੇ ਕੋਰਟਾਂ ਦੇ ਵਿੱਚ। ਜਿਹੜੇ ਸਾਡੇ ਸਰਪਲਸ ਦੇ ਮੁਕੱਦਮੇ ਨੇ ਉਹ ਪੁਰਾਣੇ ਐਕਟਾਂ ਦੇ ਮੁਤਾਬਕ ਹੀ ਚੱਲ ਰਹੇ ਨੇ। ਇਸ ਕਰਕੇ ਸਾਨੂੰ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਹੈ। ਇਸ ਕਰਕੇ ਸਾਡੇ ਸਿਲੇਬਸ ਦੇ ਵਿੱਚ ਜਿਹੜੇ ਇਹ ਐਕਟ ਪਾਏ ਗਏ ਨੇ, ਬੇਸ਼ੱਕ ਇਹ ਰਿਪੀਲ ਹੋ ਚੁੱਕੇ ਨੇ, ਪਰ ਸਾਨੂੰ ਇਹਨਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਪੈਪਸੂ ਕੀ ਹੈ ਜੀ? ਸਭ ਤੋਂ ਪਹਿਲਾਂ ਜਿਹੜਾ ਵਰਡ ਹੈ ਪੈਪਸੂ, ਇਹਦੀ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ। ਪੈਪਸੂ ਕੀ ਹੈ? ਬਹੁਤ ਸਾਰੇ ਸਾਥੀਆਂ ਨੂੰ ਪਤਾ ਹੋਏਗਾ, ਪਰ ਕੁਝ ਨੂੰ ਸ਼ਾਇਦ ਨਾ ਪਤਾ ਹੋਵੇ। ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ। ਪੈਪਸੂ ਜਿਹੜਾ ਨੋਟ ਕਰ ਲਓ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ। ਪਟਿਆਲੇ ਦੇ ਈਸਟ ਪੰਜਾਬ ਦੀਆਂ ਤੇ ਪਟਿਆਲਾ ਜਿਹੜਾ ਰਿਆਸਤ ਸੀਗੀ, ਪਟਿਆਲਾ ਰਿਆਸਤ ਤੇ ਈਸਟ ਪੰਜਾਬ ਦੀਆਂ ਰਿਆਸਤਾਂ ਨੂੰ ਜੋੜ ਕੇ ਇੱਕ ਨਵੀਂ ਸਟੇਟ ਬਣਾਈ ਗਈ ਸੀਗੀ, ਜਿਹਨੂੰ ਅਸੀਂ ਪੈਪਸੂ ਦਾ ਨਾਮ ਦਿੱਤਾ ਗਿਆ। ਇਹ ਕਿਉਂ ਬਣੀ, ਇਹਦਾ ਕੀ ਕਾਰਨ ਸੀਗਾ? ਆਪਾਂ ਥੋੜਾ ਜਿਹਾ ਬਰੀਫ ਹਿਸਟਰੀ ਪੜ੍ਹੀਏ। ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀਗਾ, ਉਦੋਂ ਇੰਡੀਆ ਦੇ ਵਿੱਚ 566 ਰਿਆਸਤਾਂ ਸੀਗੀਆਂ। ਛੋਟੀਆਂ ਵੱਡੀਆਂ, ਵੱਡੇ ਰਾਜੇ ਸੀ, ਛੋਟੇ ਰਾਜੇ ਸੀਗੇ। ਕੁੱਲ ਮਿਲਾ ਕੇ 566 ਰਿਆਸਤਾਂ ਸਾਡੇ ਮਤਲਬ ਕੰਟਰੀ ਦੇ ਵਿੱਚ ਅਲੱਗ-ਅਲੱਗ ਰਿਆਸਤਾਂ ਸੀਗੀਆਂ। 566
ਜਿਹਦੇ ਵਿੱਚੋਂ ਸਾਰੀਆਂ ਰਿਆਸਤਾਂ ਨੇ 563 ਰਿਆਸਤਾਂ ਨੇ ਸਾਡੀ ਕੰਟਰੀ ਦੇ ਵਿੱਚ ਆਪਣੀ ਕੰਸੈਂਟ ਦਿੱਤੀ ਇੰਡੀਆ 'ਚ ਸ਼ਾਮਲ ਹੋਣ ਦੀ। ਉਸ ਵੇਲੇ ਲੋਕਾਂ ਦੀ ਸਹੂਲਤ ਤੇ ਲੋਕਾਂ ਦੀ ਜਿਹੜੀ ਉਹ ਸੀਗੀ ਮਰਜ਼ੀ ਸੀਗੀ, ਲੋਕਾਂ ਦਾ ਵਿਚਾਰ ਲੈ ਕੇ ਮਤਲਬ ਰਿਆਸਤਾਂ ਨੂੰ ਤੁਸੀਂ ਇਮਰਜ ਕਰਨਾ ਸੀ ਵੀ ਪਾਕਿਸਤਾਨ 'ਚ ਜਾਣਾ ਹੈ ਜਾਂ ਤੁਸੀਂ ਇੰਡੀਆ 'ਚ ਰਹਿਣਾ ਹੈ। ਇਸ ਕਰਕੇ 563 ਰਿਆਸਤਾਂ ਨੇ ਤਾਂ ਆਪਣੀ ਕੰਸੈਂਟ ਦੇ ਦਿੱਤੀ ਸੀ ਵੀ ਅਸੀਂ ਇੰਡੀਆ 'ਚ ਰਹਾਂਗੇ। ਤੇ 3 ਰਿਆਸਤਾਂ ਸੀਗੀਆਂ ਜਿਹੜੀਆਂ ਆਪਾਂ ਬੇਸਿਕ ਲਾਅ ਤਾਂ ਪੜ੍ਹ ਰਹੇ ਵੀ ਇਹ ਜਿਹੜੇ ਸਟੇਟਸ ਜਿਹੜੇ ਲਾਅ ਬਣੇ ਕਿਵੇਂ ਬਣੇ, ਕਿਸ ਤਰ੍ਹਾਂ ਬਣੇ, ਇਹਦੇ ਕੀ ਕਾਰਨ ਸੀਗੇ। 3 ਰਿਆਸਤਾਂ ਸੀਗੀਆਂ ਹੈਦਰਾਬਾਦ, ਜੂਨਾਗੜ੍ਹ ਤੇ ਜੰਮੂ ਐਂਡ ਕਸ਼ਮੀਰ। ਇਹ 3 ਰਿਆਸਤਾਂ ਸੀ ਜਿਹੜੀਆਂ ਇੰਡੀਆ ਵਿੱਚ ਮਰਜ ਨਹੀਂ ਸੀ ਹੋ ਰਹੀਆਂ। ਉਸ ਵੇਲੇ ਸਾਡੇ ਜਿਹੜੇ ਕੰਟਰੀ ਸੀਗੇ, ਕੰਟਰੀ ਦੇ ਜਿਹੜੇ ਹੋਮ ਮਿਨਿਸਟਰ ਸੀ ਸਰਦਾਰ ਪਟੇਲ ਸੀਗੇ। ਫਿਰ ਇਹਨਾਂ ਦਾ ਜਿਹੜਾ ਰੋਲ ਅਦਾ ਹੋਇਆ, ਇਹਨਾਂ ਨੇ ਰੋਲ ਅਦਾ ਕੀਤਾ, ਬਹੁਤ ਵੱਡਾ ਰੋਲ ਸੀਗਾ 563 ਰਿਆਸਤਾਂ ਨੂੰ ਇੰਡੀਆ ਵਿੱਚ ਮਿਲਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਸੀਗਾ। ਤੇ ਜਿਹੜੀਆਂ 3 ਰਿਆਸਤਾਂ ਸੀਗੀਆਂ ਫਿਰ ਜੂਨਾਗੜ੍ਹ, ਹੈਦਰਾਬਾਦ ਇੱਕ ਬਹੁਤ ਵੱਡੀ ਸਟੇਟ ਸੀਗੀ ਉਸ ਵੇਲੇ। ਹੈਦਰਾਬਾਦ ਦਾ ਆਪਣਾ ਰੇਲਵੇ ਸਿਸਟਮ ਸੀਗਾ, ਆਪਣਾ ਡਾਕ ਵਿਭਾਗ ਸੀਗਾ, ਆਪਣੀ ਸੈਨਾ ਸੀਗੀ, ਠੀਕ ਹੈ। ਹੈਦਰਾਬਾਦ ਦੇ ਨਿਜ਼ਾਮ ਸੀਗੇ, ਉਹ ਨਹੀਂ ਸੀ ਚਾਹੁੰਦੇ ਵੀ ਅਸੀਂ ਸਟੇਟ ਇੰਡੀਆ 'ਚ ਰਲੀਏ। ਤੇ ਉਹਨਾਂ ਦਾ ਜਿਹੜਾ ਲਿੰਕ ਸੀਗਾ ਉਸ ਵੇਲੇ ਮੁਹੰਮਦ ਅਲੀ ਜਿੰਨਾ ਸੀਗੇ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਉਹਨਾਂ ਦੇ ਨਾਲ ਤਾਲਮੇਲ ਸੀਗਾ। ਤੇ ਫਿਰ ਕੀ ਹੋਇਆ ਪਾਕਿਸਤਾਨ ਇੰਡੀਆ, ਇਹ ਬਹੁਤ ਲੰਮੀ ਹਿਸਟਰੀ ਹੈ, ਵੱਖਰੀ ਹੈ, ਇਹਦਾ ਇੱਕ ਵੱਖਰਾ ਸਬਜੈਕਟ ਹੈ, ਆਪਾਂ ਉਹਦੇ ਤੇ ਜ਼ਿਆਦਾ ਡਿਟੇਲ 'ਚ ਨਹੀਂ ਮੈਂ ਜਾਵਾਂਗਾ। ਤੇ ਇੰਡੀਆ ਦੇ ਵਿੱਚ ਇਹ ਰਿਆਸਤਾਂ ਬਾਅਦ ਵਿੱਚ ਲਾਈਆਂ ਗਈਆਂ, 3 ਰਿਆਸਤਾਂ ਇੰਡੀਆ ਦੇ ਵਿੱਚ ਸਰਦਾਰ ਪਟੇਲ। ਹਾਂਜੀ ਸਰ ਇੱਕ ਮੈਂ ਬੇਨਤੀ ਕਰਨੀ ਹੈ ਜੀ। ਹਾਂਜੀ ਹਾਂਜੀ, ਕਲਾਸ ਹੁਣੀ ਸਟਾਰਟ ਹੋਈ ਹੈ ਕਿ ਪਹਿਲਾਂ ਸਟਾਰਟ ਹੋਈ ਹੈ? ਹੁਣੇ ਆਇਆ ਲਿੰਕ ਜੀ। ਇੱਕ ਮਿੰਟ ਵੀ ਨਹੀਂ ਹੋਇਆ ਜੀ ਕਲਾਸ ਸਟਾਰਟ ਹੋਈ ਨੂੰ। ਅੱਛਾ ਠੀਕ ਹੈ, ਥੈਂਕ ਯੂ। ਅਜੇ ਤਾਂ ਅਸੀਂ ਸਟਾਰਟ ਵੀ ਨਹੀਂ ਕੀਤੀ, ਤਾਂ ਅਸੀਂ ਬੇਸਿਕ ਥੋੜਾ ਜਾਣਕਾਰੀ ਹਿਸਟਰੀ ਹੀ ਪੜ੍ਹ ਰਹੇ ਸੀ। ਹਿਸਟਰੀ ਅਜੇ ਕਲਾਸ ਸਟਾਰਟ ਵੀ ਨਹੀਂ ਹੋਈ, ਇਹ ਥੋੜੀ ਬੇਸਿਕ ਹਿਸਟਰੀ ਦੀ ਜਾਣਕਾਰੀ ਲੈ ਰਹੇ ਹਾਂ, ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੀਆਂ ਇੰਡੀਆ ਦੇ 3 ਰਿਆਸਤਾਂ ਸੀਗੀਆਂ ਹੈਦਰਾਬਾਦ, ਜੂਨਾਗੜ੍ਹ ਤੇ ਜੰਮੂ ਕਸ਼ਮੀਰ, ਇਹਨਾਂ 3 ਰਿਆਸਤਾਂ ਨੂੰ ਇੰਡੀਆ ਦੇ ਵਿੱਚ ਮਰਜ ਕਰਨ ਦੇ ਲਈ ਸਰਦਾਰ ਪਟੇਲ ਦਾ ਬਹੁਤ ਵੱਡਾ ਰੋਲ ਅਦਾ ਹੋਇਆ ਹੈ। ਤੇ ਉਦੋਂ ਇਹ ਰਿਆਸਤਾਂ ਇੰਡੀਆ ਵਿੱਚ ਮਰਜ ਹੋ ਗਈਆਂ। ਫਿਰ ਕੀ ਸੀਗਾ, ਗੱਲ ਆ ਗਈ ਆਪਾਂ ਪੰਜਾਬ ਦੀ। ਆਪਾਂ ਪੰਜਾਬ ਐਕਟ ਪੜ੍ਹ ਰਹੇ ਹਾਂ, ਇਹ ਮੈਂ ਤੁਹਾਨੂੰ ਛੋਟੀ ਜਿਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਪਿੱਛੇ ਤੋਂ। ਪੰਜਾਬ ਦੇ ਵਿੱਚ ਕੀ ਸੀਗਾ, ਪੰਜਾਬ ਦੇ ਵਿੱਚ ਪੈਪਸੂ ਬਣਿਆ। ਇਹਦਾ ਕੀ ਰੀਜ਼ਨ ਸੀਗਾ, ਬੇਸ਼ੱਕ ਜਿਹੜੀਆਂ ਪੰਜਾਬ ਦੀਆਂ ਇਹ ਰਿਆਸਤਾਂ ਸੀਗੀਆਂ ਇੰਡੀਆ ਵਿੱਚ ਤਾਂ ਮਰਜ ਹੋ ਗਈਆਂ ਸੀਗੀਆਂ, ਪਰ ਇਹ ਰਾਜਿਆਂ ਨੇ ਕਿਹਾ ਵੀ ਸਾਨੂੰ ਤਾਂ ਵੱਖਰੀ ਸਟੇਟ ਚਾਹੀਦੀ ਆਪਣੀ। ਰਿਆਸਤ ਪਟਿਆਲਾ ਦੇ ਮਹਾਰਾਜਾ ਪਟਿਆਲਾ ਤੇ ਜਿਹੜੀਆਂ ਈਸਟ ਪੰਜਾਬ, ਯਾਨੀ ਕਿ ਦੇਖੋ ਇੱਕ ਈਸਟ ਪੰਜਾਬ ਹੈ, ਇੱਕ ਵੈਸਟ ਪੰਜਾਬ ਹੈ। ਵੈਸਟ ਪੰਜਾਬ ਜਿਹੜਾ ਹੁਣ ਪਾਕਿਸਤਾਨ ਚਲਾ ਗਿਆ, ਜਿਹੜਾ ਈਸਟ ਪੰਜਾਬ ਹੈ ਇੰਡੀਆ 'ਚ ਹੈ। ਇਸ ਈਸਟ ਪੰਜਾਬ ਦੀਆਂ ਕੁਝ ਰਿਆਸਤਾਂ ਸੀਗੀਆਂ, ਕਿਹੜੀਆਂ ਸੀਗੀਆਂ, ਜਿਵੇਂ ਪਟਿਆਲਾ, ਨਾਭਾ, ਕਰਮਗੜ੍ਹ ਹੈ ਜੀ, ਸੰਗਰੂਰ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ, ਕਲਸੀਆ, ਇਹ ਸਟੇਟਾਂ ਸੀਗੀਆਂ ਉਸ ਵੇਲੇ। ਨੋਟ ਕਰ ਲਓ, ਕਿਸੇ ਵੇਲੇ ਤੁਹਾਨੂੰ ਜ਼ਰੂਰਤ ਪੈ ਜਾਂਦੀ ਹੈ। ਨਾਭਾ, ਸਰ ਦੁਬਾਰਾ ਬੋਲੋ। ਪਟਿਆਲਾ ਦੀ ਜਿਹੜੀ ਉਸ ਵੇਲੇ ਸੀਗੀ ਜੀ ਕਰਮਗੜ੍ਹ ਸੀ ਜਿਹੜਾ ਹੁੰਦਾ ਪਟਿਆਲੇ ਦਾ। ਕਰਮਗੜ੍ਹ, ਪਟਿਆਲਾ ਕੋਈ ਡਿਸਟ੍ਰਿਕਟ ਨਹੀਂ ਸੀਗਾ ਉਸ ਵੇਲੇ, ਕਰਮਗੜ੍ਹ ਡਿਸਟ੍ਰਿਕਟ ਸੀ ਪਟਿਆਲੇ ਦਾ। ਕਰਮਗੜ੍ਹ, ਨਾਭਾ, ਸੰਗਰੂਰ, ਮਲੇਰਕੋਟਲਾ, ਫਰੀਦਕੋਟ, ਕਪੂਰਥਲਾ ਤੇ ਕਲਸੀਆ, ਇਹ ਸਟੇਟਾਂ ਸੀਗੀਆਂ। ਇਹ 7 ਸਟੇਟਾਂ ਸੀਗੀਆਂ। ਇਹਨਾਂ ਸਾਰੀਆਂ 7 ਸਟੇਟਾਂ ਨੂੰ ਮਿਲ ਕੇ ਇਹਨਾਂ ਨੇ ਬਣਾ ਲਿਆ ਸੀਗਾ ਪੈਪਸੂ, ਮਤਲਬ ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ। ਇੱਕ ਜਥੇਬੰਦੀ, ਇੱਕ ਯੂਨੀਅਨ ਬਣ ਗਈ ਸੀਗੀ ਇਹ 7 ਸਟੇਟਾਂ ਦੀ ਮਿਲ ਕੇ, ਜਿਨ੍ਹਾਂ ਨੇ ਇੱਕ ਪੈਪਸੂ ਬਣਾ ਲਿਆ ਸੀਗਾ, ਵੱਖਰੀ ਸਟੇਟ ਬਣ ਗਈ ਸੀਗੀ ਪੰਜਾਬ ਦੇ ਵਿੱਚ। ਇਹਨਾਂ ਦਾ ਆਪਣਾ ਲਾਅ ਸੀਗਾ, ਆਪਣੇ ਕਾਨੂੰਨ ਸੀਗੇ, ਠੀਕ ਹੈ ਜੀ। ਇਸੇ ਤੋਂ ਹੀ ਇਹ ਬਣ ਗਿਆ ਜਿਹੜਾ ਪੈਪਸੂ ਐਕਟ ਬਣਿਆ, ਜਿਹਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਪੈਪਸੂ ਐਕਟ ਬਣਿਆ ਇਸੇ ਤੋਂ ਬਣਿਆ। ਇਸ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਐਕਟ ਸੀਗਾ ਉਹ ਸੀ ਪੰਜਾਬ ਐਕਟ, ਜੋ ਮੈਂ ਉੱਪਰ ਲਿਖਿਆ ਹੋਇਆ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ। ਇਹ ਕੀ ਸੀਗਾ, ਇਹ ਐਕਟ 1950, ਮਾਈਕ ਬੰਦ ਕਰ ਲਓ ਜੀ ਪਲੀਜ਼। ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 53, ਇਹ ਕੀ ਸੀਗਾ, ਇਹ ਹੈਗਾ ਸੀਗਾ ਵੀ ਕੋਈ ਵਿਅਕਤੀ ਮੈਕਸਿਮਮ ਕਿੰਨੀ ਜ਼ਮੀਨ ਰੱਖ ਸਕਦਾ ਹੈ। ਇਹਦੇ ਵਿੱਚ ਜ਼ਿਆਦਾਤਰ ਜਿਹੜੇ ਟੈਨੈਂਟਸ ਸੀਗੇ, ਟੈਨੈਂਟਸ ਦੇ ਜਿਹੜੇ ਹੱਕ ਸੀਗੇ ਉਹਨਾਂ ਨੂੰ ਸੇਵ ਕੀਤਾ ਗਿਆ ਸੀਗਾ ਤਾਂ ਕਿ ਬਾਰ-ਬਾਰ ਉਹਨਾਂ ਦੀ ਐਜੈਕਟਮੈਂਟ ਨਾ ਹੋਵੇ। ਜਿਹੜੇ ਵੱਡੇ ਲੈਂਡ ਓਨਰ ਸੀਗੇ ਉਹ ਆਪਣੇ ਟੈਨੈਂਟਸ ਨੂੰ, ਆਪਣੇ ਮੁਜ਼ਾਰਿਆਂ ਨੂੰ ਬਾਰ-ਬਾਰ ਉਹਨੂੰ ਐਜੈਕਟ ਨਾ ਕਰਨ, ਬੇਦਖਲ ਨਾ ਕਰਨ। ਬੇਦਖਲੀ ਤੋਂ ਬਚਾਉਣ ਦੀ ਖਾਤਰ ਪੰਜਾਬ ਦੇ ਵੱਲੋਂ ਆਪਣੇ ਜਿਹੜੇ ਮੁਜ਼ਾਰੇ ਸੀ, ਟੈਨੈਂਟ ਸੀਗੇ, ਉਹਨਾਂ ਦੇ ਹੱਕਾਂ ਨੂੰ ਸੇਵ ਕਰਨ ਦੀ ਖਾਤਰ
ਜਿਹੜਾ ਸੀਗਾ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ ਬਣਾਇਆ ਗਿਆ। ਖਾਸ ਕਰਕੇ ਟੈਨਿਓਰ ਦਾ ਮਤਲਬ ਕੀ ਸੀਗਾ ਵੀ ਕਿੰਨੇ ਸਮੇਂ ਤੋਂ ਬਾਅਦ ਕਿਸ ਨੂੰ ਅਸੀਂ ਇਜੈਕਟ ਨਹੀਂ ਕਰ ਸਕਦੇ, ਕਿੰਨਾ ਸਮਾਂ ਮਤਲਬ ਕਿ ਕਿਸੇ ਦੀ ਟੈਨੈਂਸੀ ਜਿਹੜੀ ਹੈਗੀ ਹੈ ਸੇਵ ਰਹਿ ਸਕਦੀ ਹੈ, ਮਾਲਕ ਨੂੰ ਕਿੰਨਾ ਰਕਬਾ ਆਪਦੇ ਕੋਲ ਰੱਖਣ ਦਾ ਅਧਿਕਾਰ ਹੈਗਾ, ਪਰਮਿਸਿਬਲ ਏਰੀਆ ਕਿੰਨਾ ਹੋ ਸਕਦਾ ਹੈ। ਠੀਕ ਹੈ ਜੀ। ਮੈਂ ਹੁਣ ਆਪਾਂ ਡਿਟੇਲ ਚ ਕਰਦੇ ਹਾਂ ਗੱਲ ਦੀ ਪੰਜਾਬ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953 ਦੀ। ਇਹ ਐਕਟ ਕਦੋਂ ਲਾਗੂ ਹੋਇਆ, ਇਹਨੂੰ ਕਦੋਂ ਮਿਲੀ ਪ੍ਰੈਜ਼ੀਡੈਂਟ ਦੀ ਅਸੈਂਟ ਕਦੋਂ ਮਿਲੀ ਹੈ? 15/4/1953 ਨੂੰ ਇਹ ਜਿਹੜਾ ਐਕਟ ਸੀਗਾ ਇਹ ਹੋਂਦ ਵਿੱਚ ਆਇਆ ਸੀਗਾ। ਪੰਜਾਬ ਐਕਟ ਦੀ ਗੱਲ ਕਰ ਰਹੇ ਹਾਂ ਜੀ ਆਪਾਂ, ਪੈਪਸੂ ਐਕਟ ਬਾਰੇ ਬਾਅਦ ਚ ਦੇਖਾਂਗੇ। ਪਹਿਲਾਂ ਪੰਜਾਬ ਐਕਟ ਬਣਿਆ 53 ਦੇ ਵਿੱਚ, ਫਿਰ ਪੰਜਾਬ ਦੇ ਐਕਟ ਨੂੰ ਦੇਖਦੇ ਹੋਏ ਪੈਪਸੂ ਨੇ ਬਣਾਇਆ ਆਪਣਾ, ਰਿਆਸਤਾਂ ਨੇ ਬਣਾਇਆ ਆਪਣਾ ਐਕਟ 1955 ਦੇ ਵਿੱਚ। ਠੀਕ ਹੈ। 53 ਤੇ 55 ਮਿਲਦੇ ਜੁਲਦੇ ਐਕਟ ਸੀਗੇ, ਥੋੜਾ ਥੋੜਾ ਫਰਕ ਸੀ ਆਪਸ ਦੇ ਵਿੱਚ। ਤੇ 53 ਚ ਕੀ 53 ਦੇ ਐਕਟ ਦੀ ਗੱਲ ਕਰ ਰਹੇ ਹਾਂ ਆਪਾਂ, ਪੰਜਾਬ ਐਕਟ ਦੀ ਗੱਲ ਕਰ ਰਹੇ ਹਾਂ। 15/4/1953 ਨੂੰ ਇਹ ਜਿਹੜਾ ਹੋਂਦ ਵਿੱਚ ਆਇਆ ਸੀਗਾ। ਜਦੋਂ ਹੀ ਇਹਨੂੰ ਅਸੈਂਟ ਮਿਲੀ, ਇਹ ਨਾਲ ਦੀ ਨਾਲ ਉਸੇ ਵੇਲੇ ਇਹ ਇਨਫੋਰਸ ਹੋ ਗਿਆ ਸਟੇਟ ਆਫ ਪੰਜਾਬ ਦੇ ਵਿੱਚ, ਇਹ ਲਾਗੂ ਹੋਇਆ। ਸਟੇਟ ਆਫ ਪੰਜਾਬ ਮੀਨਸ ਐਕਸਕਲੂਡਿੰਗ ਦਾ ਏਰੀਆ ਪੈਪਸੂ, ਪੈਪਸੂ ਦਾ ਏਰੀਆ ਛੱਡ ਕੇ ਜਿਹੜਾ ਇਲਾਕਾ ਪੰਜਾਬ ਦੇ ਵਿੱਚ ਆਂਦਾ ਸੀਗਾ ਉਹਦੇ ਤੇ ਇਹ ਲਾਗੂ ਹੋਇਆ। ਇਹਦੇ ਵਿੱਚ ਕੀ ਸੀਗਾ, ਕੁਝ ਏਰੀਆ ਐਗਜ਼ੈਂਪਟ ਕੀਤੇ ਗਏ। ਕਿੰਨਾ ਏਰੀਆ ਕੋਈ ਰੱਖ ਸਕਦਾ ਸੀਗਾ, ਕਿੰਨਾ ਏਰੀਆ ਕੋਈ ਲੈਂਡ ਓਨਰ ਰੱਖ ਸਕਦਾ ਸੀਗਾ, ਮੈਕਸਿਮਮ ਏਰੀਆ ਕਿੰਨਾ ਸੀਗਾ, ਮਤਲਬ ਕਿ ਪਰਮਿਸਿਬਲ ਏਰੀਆ ਦੀ ਗੱਲ ਕਰੀ ਗਈ ਹੈ। ਜਿਹਨੇ ਉਸ ਵੇਲੇ ਕੋਆਪਰੇਟਿਵ ਗਾਰਡਨਿੰਗ ਸੁਸਾਇਟੀਆਂ ਸੀਗੀਆਂ, ਕੋਆਪਰੇਟਿਵ ਗਾਰਡਨਿੰਗ ਸੁਸਾਇਟੀਆਂ ਮਤਲਬ ਕਿ ਜਿਹੜੇ ਬਾਗ ਸੀਗੇ, ਬਾਗਾਂ ਨੂੰ ਉਸ ਵੇਲੇ ਐਗਜ਼ੈਂਪਟ ਕੀਤਾ ਗਿਆ ਸੀ ਲੈਂਡ ਸੀਲਿੰਗ ਤੋਂ। ਪਰ ਇਹ ਬਾਗ ਇਦਾਂ ਸੀਗੇ ਵੀ ਇਹ ਜਿਹੜਾ ਐਕਟ ਜਦੋਂ ਲਾਗੂ ਹੋਇਆ 15/4/1953, ਉਸ ਤੋਂ ਪਹਿਲਾਂ ਬਾਗ ਲੱਗੇ ਹੋਏ ਹੋਣੇ ਚਾਹੀਦੇ ਸੀਗੇ। ਪਰਮਿਸਿਬਲ ਏਰੀਆ ਦੀ ਗੱਲ ਕਰਦੇ ਹਾਂ। ਮੇਨ ਤਾਂ ਸੀਗਾ ਪਰਮਿਸਿਬਲ ਏਰੀਆ, ਵੀ ਕੌਣ ਲੈਂਡ ਓਨਰ ਮੈਕਸਿਮਮ ਕਿੰਨੀ ਜ਼ਮੀਨ ਰੱਖ ਸਕਦਾ ਹੈ। ਇਹਦੇ ਵਿੱਚ ਸੀਗਾ ਉਸ ਵੇਲੇ 30 ਸਟੈਂਡਰਡ ਏਕੜ। ਹੁਣ ਤੁਸੀਂ ਸੁਣਿਆ ਹੋਊਗਾ, ਵੈਸੇ ਤਾਂ ਆਪਾਂ 7 ਸਟੈਂਡਰਡ ਏਕੜ ਦੀ ਜਾਂ 17 ਕਿੱਲੇ ਦੀ ਗੱਲ ਸੁਣਦੇ ਹਾਂ ਆਮ ਰਿਵਾਜ ਲੋਕਾਂ ਦੀ ਬੋਲਚਾਲ ਦੀ ਭਾਸ਼ਾ ਦੇ ਵਿੱਚ। ਤੁਸੀਂ ਸੁਣਦੇ ਹੋਵੋਗੇ 30 ਏਕੜ ਦੀ ਗੱਲ ਵੀ ਕਦੇ ਸੁਣੀ ਹੋਏਗੀ ਤੁਸੀਂ ਲੋਕਾਂ ਨੇ ਸਾਰਿਆਂ ਨੇ। ਅੱਜ ਦੀ ਡੇਟ 'ਚ ਆਪਾਂ 17 ਏਕੜ 7 ਸਟੈਂਡਰਡ ਏਕੜ ਦੀ ਗੱਲ ਸੁਣਦੇ ਹਾਂ। ਉਹ ਜਦੋਂ ਆਪਾਂ 30 ਸਟੈਂਡਰਡ ਏਕੜ ਦੀ ਗੱਲ ਸੁਣਦੇ ਹਾਂ ਤਾਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੈ ਵੀ 30 ਸਟੈਂਡਰਡ ਏਕੜ ਰਕਬਾ ਕੋਈ ਰੱਖ ਸਕਦਾ ਸੀਗਾ। ਉਹ ਜਿਹੜਾ ਇਹ ਐਕਟ ਸੀਗਾ ਸਾਨੂੰ ਪ੍ਰੋਵਾਈਡ ਕਰਦਾ ਸੀ ਵੀ 30 ਸਟੈਂਡਰਡ ਏਕੜ ਰਕਬਾ ਕੋਈ ਮਾਲਕ ਜਿਹੜਾ ਹੈਗਾ ਲੈਂਡ ਓਨਰ ਹੈ ਰੱਖ ਸਕਦਾ ਹੈਗਾ। ਉਹ ਇਹ 53 ਦੇ ਐਕਟ ਦੇ ਵਿੱਚ ਸੀਗਾ, ਪਰ ਇਹ ਐਕਟ ਹੁਣ ਰਿਪੀਲ ਹੋ ਚੁੱਕਿਆ ਹੈ। ਹੁਣ ਇਹ ਜਿਹੜੀਆਂ ਧਰਾਵਾਂ ਨੇ, ਇਹ ਜਿਹੜਾ ਪਰਮਿਸਿਬਲ ਏਰੀਆ ਖਤਮ ਹੋ ਚੁੱਕਿਆ। ਹੁਣ 1972 ਦਾ ਜਿਹੜਾ ਹੈਗਾ ਉਹ ਲਾਗੂ ਹੁੰਦਾ ਆਪਣੇ ਪੰਜਾਬ ਦੇ ਵਿੱਚ। 30 ਏਕੜ ਕੌਣ ਬੰਦਾ ਰੱਖ ਸਕਦਾ ਸੀਗਾ? ਜਿਹੜੇ ਨੌਨ ਡਿਸਪਲੇਸਡ ਪਰਸਨ ਸੀਗੇ, ਯਾਨੀ ਕਿ ਜਿਹੜੇ ਬੰਦੇ ਨੂੰ ਕਿਤੋਂ ਉਠਾ ਕੇ ਕਿਤੇ ਹੋਰ ਨਹੀਂ ਸੈਟਲ ਕੀਤਾ ਗਿਆ, ਯਾਨੀ ਕਿ ਪੱਕੇ ਇੰਡੀਆ ਦੇ ਵਾਸੀ ਸੀ ਜਿਹੜੇ, ਉਹਨਾਂ ਨੂੰ ਉਹ ਰੱਖ ਸਕਦੇ ਸੀ ਰਕਬਾ 30 ਏਕੜ। 30 ਏਕੜ ਨਹੀਂ, 30 ਸਟੈਂਡਰਡ ਏਕੜ। ਸਟੈਂਡਰਡ ਏਕੜ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਜਾਣਕਾਰੀ ਹੈ, ਆਪਾਂ ਡਿਟੇਲ ਫਿਰ ਬਾਅਦ ਚ ਡਿਸਕਸ ਕਰਾਂਗੇ। ਸਟੈਂਡਰਡ ਏਕੜ ਕਿਸ ਦਾ ਰਕਬਾ 8 ਆਨੇ ਦਾ ਹੋ ਸਕਦਾ, ਕਿਸ ਦਾ 12 ਆਨੇ ਦਾ ਹੋ ਸਕਦਾ, ਕਿਸ ਦਾ 4 ਆਨੇ ਦਾ ਹੋ ਸਕਦਾ ਹੈ। ਠੀਕ ਹੈ ਜੀ। ਸਟੈਂਡਰਡ ਏਕੜ ਉਦੋਂ ਬਣਦਾ ਜਦੋਂ ਕੋਈ ਸਾਰਾ ਰਕਬਾ 16 ਆਨੇ ਦਾ ਬਣ ਜਾਂਦਾ ਹੈ। ਮਤਲਬ ਜੇ ਕਿਸੇ ਕੋਲੇ 8 ਆਨੇ ਦਾ ਰਕਬਾ ਹੈ ਤਾਂ ਇਟ ਮੀਨ ਉਹ ਰਕਬਾ ਬਣ ਗਿਆ 30 ਦੀ ਬਜਾਏ 60 ਏਕੜ ਰਕਬਾ ਬਣ ਗਿਆ। ਜੇ ਕਿਸੇ ਕੋਲੇ 8 ਆਨੇ ਦਾ ਰਕਬਾ ਹੈ ਤਾਂ ਉਹ ਰਕਬਾ 30 ਦੀ ਬਜਾਏ 60 ਏਕੜ ਬਣ ਗਿਆ। ਠੀਕ ਹੈ ਜੀ। ਸਟੈਂਡਰਡ ਏਕੜ 30 ਰਹੇ, ਉਂਝ ਰਕਬਾ 60 ਏਕੜ ਬਣ ਗਿਆ। ਇਹਦੇ ਵਿੱਚ ਅੱਗੇ ਆਪਾਂ ਡਿਟੇਲ ਚ ਪੜ੍ਹ ਲਾਂਗੇ। ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੇ ਇੰਡੀਆ ਦੇ ਲੋਕ ਸੀਗੇ, ਜਿਹੜੇ ਕਿਤੋਂ ਡਿਸਪਲੇਸ ਹੋ ਕੇ ਨਹੀਂ ਸੀ ਆਏ, ਉਹ ਬੰਦਾ ਰੱਖ ਸਕਦਾ ਸੀ 30 ਸਟੈਂਡਰਡ ਏਕੜ ਰਕਬਾ। ਤੇ ਜਿਹੜੇ ਬੰਦੇ ਕਿਤੋਂ ਡਿਸਪਲੇਸ ਹੋ ਕੇ ਆਏ ਸੀਗੇ, ਜਿਵੇਂ ਪਾਕਿਸਤਾਨ ਤੋਂ ਡਿਸਪਲੇਸ ਹੋ ਕੇ ਆ ਗਏ ਜਾਂ ਦੰਗੇ ਫੈਲ ਗਏ, ਦੰਗੇ ਫੈਲਣ ਦੇ ਨਾਲ ਕਿਤੋਂ ਵੀ ਡਿਸਪਲੇਸ ਹੋ ਕੇ ਕੋਈ ਬੰਦਾ ਆਇਆ, ਉਹਨੂੰ ਜ਼ਮੀਨ ਅਲਾਟ ਕੀਤੀ ਗਈ, ਉਹਨਾਂ ਨੂੰ ਰਕਬਾ ਰੱਖਣ ਦਾ ਅਧਿਕਾਰ ਕਿੰਨਾ ਸੀਗਾ? 50 ਸਟੈਂਡਰਡ ਏਕੜ। ਉਹ 50 ਸਟੈਂਡਰਡ ਏਕੜ ਰਕਬਾ ਰੱਖ ਸਕਦੇ ਸੀਗੇ ਇਸ ਐਕਟ ਦੇ ਤਹਿਤ। ਲੈਂਡ ਓਨਰਸ ਪਰਸਨਸ tenants which he can retain for the self cultivation, ਆਪਦੇ ਵਾਹਨ ਦੇ ਲਈ 50 ਸਟੈਂਡਰਡ ਏਕੜ ਰਕਬਾ ਰੱਖ ਸਕਦੇ ਸੀਗੇ ਜਿਹੜੇ ਡਿਸਪਲੇਸ ਹੋ ਕੇ ਆਏ ਸੀ ਪਰਸਨ। ਇਹ ਐਕਟ ਬਣਿਆ ਕਿਉਂ? ਇਹ ਹੋਂਦ ਵਿੱਚ ਕਿਉਂ ਆਇਆ? ਇਹਦੀ ਲੋੜ ਕਿਉਂ ਪਈ? ਟੂ ਪ੍ਰੋਵਾਈਡ ਸੀਲਿੰਗ ਔਨ ਦ ਇੰਡੀਵਿਜੂਅਲ ਲੈਂਡ ਓਨਰਸ, ਵੀ ਕੋਈ ਜਿਹੜੇ ਵੱਡੇ ਵੱਡੇ ਮਾਲਕ ਸੀਗੇ ਉਹਨਾਂ ਦੀ ਕੋਈ ਹੱਦਬੰਦੀ ਲਗਾਈ ਜਾਵੇ,
जो मैक्सिमम रकबा केंद्र रख सकता है, ताकि आम लोगों को, दूजे लोगों को भी ਜ਼ਮੀਨ ਵਾਹਣ ਦਾ ਜਿਹੜਾ ਹੈਗਾ ਮੌਕਾ ਮਿਲ ਸਕੇ। ਇਸ ਕਰਕੇ ਦੂਜਾ ਪੁਆਇੰਟ ਇਹ ਸੀਗਾ ਵੀ ਸਿਕਿਉਰਿਟੀ ਪ੍ਰੋਵਾਈਡ ਕਰਨੀ ਸੀਗੀ ਟੈਨੈਂਟਸ ਨੂੰ, ਤਾਂ ਕਿ ਉਹਨੂੰ ਆਪਣੀ ਜ਼ਮੀਨ ਵਾਹਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਤੀਸਰਾ ਇਹ ਸੀਗਾ ਬਾਰ-ਬਾਰ ਕੀ ਸੀਗੇ ਬੇਦਖਲੀ ਵਾਰੰਟ ਜਾਰੀ ਹੁੰਦੇ ਸੀਗੇ, ਉਸ ਦੇ ਉੱਪਰ ਵੀ ਰੋਕ ਲਗਾਉਣੀ ਚਾਹੁੰਦੀ ਸੀ ਸਰਕਾਰ। ਐਕਟ ਤਾਂ ਕਹਿੰਦੇ ਸੀ ਵੀ ਬੇਦਖਲੀ ਹੋਵੇ ਕਿਸੇ ਦੀ, ਜਦੋਂ ਮਾਲਕ ਸੀਗੇ, ਲੈਂਡ ਓਨਰ ਸੀਗੇ, ਉਹਨਾਂ ਦਾ ਆਪਦਾ ਟੈਨੈਂਸੀ ਨੂੰ ਲੈ ਕੇ, ਕਿਰਾਏ ਨੂੰ ਲੈ ਕੇ ਝਗੜਾ ਪੈਂਦਾ ਸੀਗਾ, ਤਾਂ ਉਹਨਾਂ ਕੋਲ ਰਾਈਟਸ ਹੁੰਦੇ ਸੀ। ਉਹ ਐਕਟਾਂ ਦੇ ਤਹਿਤ, ਟੈਨੈਂਸੀ ਐਕਟ ਦੇ ਤਹਿਤ ਕੋਰਟਾਂ 'ਚ ਜਾਂਦੇ ਸੀ। ਟੈਨੈਂਸੀ ਐਕਟ ਦੇ ਵਿੱਚ ਪ੍ਰੋਵੀਜ਼ਨ ਹੁੰਦੀ ਸੀਗੀ ਵੀ ਉਹਨੂੰ ਅਜੈਕਟਮੈਂਟ ਆਰਡਰ ਹੋ ਜਾਂਦੇ ਸੀਗੇ। ਇਸ ਕਰਕੇ ਬਾਰ-ਬਾਰ ਲੋਕਾਂ ਦੀ ਅਜੈਕਟਮੈਂਟ ਹੁੰਦੀ ਸੀ। ਉਸ ਨੂੰ ਵੀ ਸਰਕਾਰ ਨੇ ਸੋਚਿਆ ਸੀਗਾ ਵੀ ਆਪਾਂ ਇਹ ਨਵਾਂ ਐਕਟ ਬਣਾ ਦਈਏ ਤਾਂ ਕਿ ਬਾਰ-ਬਾਰ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ, ਉਹ ਉਹਨਾਂ ਦੀ ਅਜੈਕਟਮੈਂਟ ਨਾ ਹੋਵੇ। ਠੀਕ ਹੈ ਜੀ। ਤੇ ਇੱਕ ਪੁਆਇੰਟ ਇਹ ਵੀ ਸੀਗਾ ਇਹਦਾ ਵੀ ਜਿਹੜੇ ਬੰਦਿਆਂ ਨੂੰ ਅਸੀਂ ਐਜੈਕਟ ਕਰ ਦਿੰਦੇ ਹਾਂ, ਕਿਸੇ ਟੈਨੈਂਸੀ ਐਕਟ ਦੇ ਅਧੀਨ ਕਿਸੇ ਬੰਦੇ ਦੀ ਬੇਦਖਲੀ ਹੋ ਗਈ, ਉਹ ਕੀ ਕਰੇ, ਉਹ ਕਿੱਥੇ ਜਾਵੇ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜੇ ਕਿਸੇ ਬੰਦੇ ਨੂੰ, ਕੋਈ ਬੰਦਾ ਘਰੋਂ ਬੇਘਰ ਹੋ ਗਿਆ, ਕਿਸੇ ਵੀ ਆਰਡਰ ਦੇ ਤਹਿਤ ਹੋ ਗਿਆ, ਫਿਰ ਉਹਦੀ ਰੀਸੈਟਲਮੈਂਟ ਕਰਨ ਦਾ ਵੀ ਇਹ ਇੱਕ ਜ਼ਰੀਆ ਸੀਗਾ ਜਿਹੜਾ ਨਵਾਂ ਐਕਟ ਬਣਾਇਆ ਗਿਆ, ਵੀ ਉਹਦੀ ਰੀਸੈਟਲਮੈਂਟ ਹੋਣੀ ਚਾਹੀਦੀ ਹੈ, ਉਹਨੂੰ ਕਿਸੇ ਨਾ ਕਿਸੇ ਤਰੀਕੇ ਰੀਸੈਟਲ ਕੀਤਾ ਜਾਣਾ ਚਾਹੀਦਾ ਹੈਗਾ। ਇੱਕ ਇਹ ਵੀ ਇੱਕ ਕਾਰਨ ਸੀਗਾ ਇਸ ਐਕਟ ਬਣਨ ਦਾ ਵੀ ਜਿਹੜਾ ਰੈਂਟ ਸੀ ਉਹਦੀ ਕੋਈ ਮਿਆਦ ਹੋਣੀ ਚਾਹੀਦੀ ਹੈ, ਉਹਦੀ ਕੋਈ ਹੱਦਬੰਦੀ ਹੋਣੀ ਚਾਹੀਦੀ ਹੈ। ਇੱਦਾਂ ਨਹੀਂ ਵੀ ਮਾਲਕ ਇਹ ਮੈਨੂੰ ਤਾਂ ਜੀ ਇੰਨਾ ਕਿਰਾਇਆ ਦੇ, ਨਹੀਂ ਤਾਂ ਮੇਰੀ ਜ਼ਮੀਨ ਛੱਡ ਦੇ। ਠੀਕ ਹੈ, ਉਹਦੇ ਤੇ ਇੱਕ ਰੋਕ ਲਗਾਉਣ ਦਾ ਤਰੀਕਾ ਵੀ ਸੀਗਾ ਵੀ ਤਾਂ ਕਿ ਜਿਹੜੇ ਹੈਗੇ ਨੇ ਟੂ ਫਿਕਸ ਮੈਕਸਿਮਮ ਰੈਂਟ ਪੇਏਬਲ ਬਾਈ ਦਾ ਟੈਨੈਂਟਸ, ਵੀ ਇਸ ਤੋਂ ਵੱਧ ਤੁਸੀਂ ਕਿਰਾਇਆ ਨਹੀਂ ਲੈ ਸਕੋਗੇ। ਮਾਲਕਾਂ ਦੇ ਉੱਪਰ ਰੋਕ ਲਗਾਈ ਗਈ ਸੀਗੀ। ਇੱਕ ਪੁਆਇੰਟ ਇਹ ਵੀ ਸੀਗਾ ਰਾਈਟਸ ਆਫ ਪ੍ਰੀਐਂਪਸ਼ਨ। ਤੁਸੀਂ ਕਿਤੇ ਸਾਰਿਆਂ ਨੇ ਸੁਣਿਆ ਹੋਵੇਗਾ, ਜਿਹੜੇ ਪੁਰਾਣੇ ਬੰਦੇ ਬੈਠੇ ਨੇ, ਰਾਈਟਸ ਆਫ ਪ੍ਰੀਐਂਪਸ਼ਨ ਮਤਲਬ ਕਿ ਹੱਕ ਸੁਬਾ ਜਿਹੜਾ ਐਕਟ ਸੀਗਾ, ਹੁਣ ਇਹ ਰਿਪੀਲ ਹੋ ਚੁੱਕਿਆ ਹੈ। ਤੇ ਜਦੋਂ ਪੰਜਾਬ ਐਕਟ 1973 ਬਣਿਆ, ਉਦੋਂ ਇਹ ਜਿਹੜਾ ਹੱਕ ਸੁਬਾ ਐਕਟ ਹੈ ਉਹ ਖਤਮ ਕਰ ਦਿੱਤਾ ਸਰਕਾਰ ਨੇ। ਹੱਕ ਸੁਬਾ ਕੀ ਸੀਗਾ? ਹੱਕ ਸੁਬਾ 'ਚ ਇਹ ਸੀਗਾ ਜਿਹੜਾ ਕੋਈ ਜ਼ਮੀਨ ਬੰਦਾ ਜਦੋਂ ਬਾਹਰ ਆਇਆ ਹੈਗਾ, ਉਹਨੂੰ ਅਧਿਕਾਰ ਹੁੰਦਾ ਸੀਗਾ, ਜੇ ਕੋਈ ਮਾਲਕ ਜ਼ਮੀਨ ਆਪਣੀ ਵੇਚਣੀ ਚਾਹੁੰਦਾ ਹੈ ਤਾਂ ਪਹਿਲਾਂ ਹੱਕ ਸੁਬਾ ਉਹਦਾ ਬਣਦਾ ਸੀ। ਜਿਵੇਂ ਜਿਹੜਾ ਜ਼ਮੀਨ ਬਾਹਰ ਹੈ, ਪਹਿਲਾਂ ਉਹਦਾ ਅਧਿਕਾਰ ਸੀ ਵੀ ਉਹ ਪ੍ਰਾਪਰਟੀ ਪਰਚੇਜ ਕਰ ਸਕਦਾ ਹੈ, ਪਹਿਲੀ ਆਪਸ਼ਨ ਉਹਦੀ ਹੋਣੀ ਚਾਹੀਦੀ ਹੈ। ਜਾਂ ਜਿਵੇਂ ਕਿ ਉਹਦੇ 'ਚ ਵੱਖਰੇ ਲਾਅ ਸੀਗੇ, ਜਾਂ ਪਰਿਵਾਰ ਦੇ ਮੈਂਬਰ, ਖੇਵੜ ਦੇ ਹਿੱਸੇਦਾਰ, ਤੁਸੀਂ ਬਾਹਰ ਜ਼ਮੀਨ ਨਹੀਂ ਸੀ ਸੇਲ ਕਰ ਸਕਦੇ। ਕੋਈ ਭਾਈ ਜੇ ਉਹਦੇ 4 ਭਰਾ ਨੇ, ਇੱਕ ਭਰਾ ਜੇ ਚਾਹੁੰਦਾ ਸੀ ਮੈਂ ਬਾਹਰ ਜ਼ਮੀਨ ਸੇਲ ਕਰ ਦੇਵਾਂ ਕਿਸੇ ਨੂੰ, ਨਹੀਂ, ਉਸ ਵੇਲੇ ਹੱਕ ਸੁਬਾ ਆਪਣੇ ਭਰਾ ਜਿਹੜੇ ਸੀਗੇ ਉਹ ਹੱਕ ਸੁਬਾ ਕਰਕੇ ਜਿਹੜੀ ਉਹ ਪ੍ਰਾਪਰਟੀ ਸੀ ਖੁਦ ਪਰਚੇਜ ਕਰ ਸਕਦੇ ਸੀ। ਇਸ ਕਰਕੇ ਹੱਕ ਸੁਬੇ ਦੇ ਵੱਖਰੇ ਲਾਅ ਸੀ, ਵੱਖਰਾ ਕਾਨੂੰਨ ਸੀਗਾ। ਪਰ ਇਹ ਜਿਹੜਾ ਹੱਕ ਸੁਬਾ ਜਿਹੜਾ ਐਕਟ ਸੀਗਾ, ਇਹ 1973 ਦੇ ਜਾ ਕੇ ਜਦੋਂ ਲੈਂਡ ਫਾਰਮਸ ਐਕਟ ਬਣਿਆ, ਉਸ ਵੇਲੇ ਇਹ ਜਿਹੜਾ ਐਕਟ ਹੈਗਾ ਖਤਮ ਕਰ ਦਿੱਤਾ ਗਿਆ ਸਰਕਾਰ ਵੱਲੋਂ। ਸਰ ਇੱਕ ਸੈਕਿੰਡ ਜੀ। ਐਡਵਾਂਸ ਪੋਜੀਸ਼ਨ ਤੇ ਹੱਕ ਸ਼ੁਬਾ ਦੇ ਵਿੱਚ ਦੋਨਾਂ 'ਚ ਡਿਫਰੈਂਸ ਹੈ ਕੁਝ? ਬਸ ਇਹਨਾਂ ਦਾ ਹੱਕ ਸੁਬਾ ਸੈਪਰੇਟ ਚੀਜ਼ ਹੈਗੀ ਹੈ। ਹੱਕ ਸੁਬਾ ਤਾਂ ਹੈਗਾ ਵੀ ਕਿਸੇ ਨੂੰ ਮਤਲਬ ਕਿ ਕੋਈ ਪ੍ਰਾਪਰਟੀ ਪਰਚੇਜ ਕਰਨ ਦਾ ਅਧਿਕਾਰ ਪਹਿਲ ਕਿਹਦੀ ਹੋਣੀ ਚਾਹੀਦੀ ਹੈ, ਜਿਵੇਂ ਹੁਣ ਤੁਸੀਂ 2 ਭਰਾ ਹੈਗੇ ਹੋ, 4 ਭਰਾ ਹੈਗੇ ਹੋ, ਤੁਸੀਂ ਆਪਣੀ ਪ੍ਰਾਪਰਟੀ, ਤੁਹਾਡੇ ਚੋਂ ਇੱਕ ਭਰਾ ਕਿਸੇ ਨੂੰ ਬਾਹਰ ਨੂੰ ਸੇਲ ਕਰਨੀ ਚਾਹੁੰਦਾ ਹੈ, ਹੱਕ ਸੁਬੇ 'ਚ ਇਹ ਸੀ ਵੀ ਨਹੀਂ, ਬਾਹਰ ਨਹੀਂ, ਪਹਿਲਾਂ ਸਾਨੂੰ ਦੇ, ਜੇ ਅਸੀਂ ਜਵਾਬ ਦੇਵਾਂਗੇ ਤਾਂ ਕਿਸੇ ਹੋਰ ਨੂੰ ਦੇ। ਹੱਕ ਸੁਬਾ ਇਹ ਕਹਿੰਦਾ ਸੀਗਾ ਜੇ ਸਗਾ ਭਰਾ ਵੀ ਹੈਗੇ, ਜੇ ਭਰਾ ਦੇ ਨਾਲ ਚਾਚੇ ਤਾਏ ਦੇ ਮੁੰਡੇ ਵੀ ਹੈਗੇ, ਉਹ ਵੀ ਖੇਤ 'ਚ ਸ਼ੇਅਰ ਹੋਲਡਰ ਨੇ, ਤਾਂ ਉਹਨਾਂ ਦਾ ਵੀ ਰਾਈਟ ਬਣ ਜਾਂਦਾ ਸੀਗਾ। ਪਹਿਲਾ ਰਾਈਟ ਆਪਣੇ ਸਕੇ ਭਰਾਵਾਂ ਦਾ ਹੋ ਜਾਂਦਾ ਹੈ, ਦੂਜਾ ਰਾਈਟਸ ਹੋ ਜਾਂਦਾ ਫਿਰ ਸ਼ੇਅਰ ਹੋਲਡਰ ਦਾ ਹੋ ਜਾਂਦਾ ਹੈ, ਫਿਰ ਅੱਗੇ ਰਾਈਟਸ ਇੱਦਾਂ ਹੈਗੇ ਸੀ ਲੋਕਾਂ ਨੂੰ ਹੱਕ ਸੁਬਾ ਦੇ ਵਿੱਚ ਵੀ ਉਹ ਪ੍ਰਾਪਰਟੀ ਪਹਿਲਾਂ ਜੇ ਉਹ ਆਪਣੀ ਛੱਡ ਦਿੰਦੇ ਵੀ ਸਾਡੇ ਕੋਲ ਤਾਂ ਭਾਈ ਕੋਈ ਇੰਤਜ਼ਾਮ ਨਹੀਂ ਹੈਗਾ, ਸਾਡੇ ਕੋਲ ਪੈਸੇ ਨਹੀਂ ਹੈਗੇ ਤੇ ਅਸੀਂ ਤੇਰੀ ਪ੍ਰਾਪਰਟੀ ਪਰਚੇਜ ਨਹੀਂ ਕਰ ਸਕਦੇ, ਹੁਣ ਤੂੰ ਜਿਹਨੂੰ ਮਰਜ਼ੀ ਵੇਚਣੀ ਹੈ ਵੇਚ ਦੇ। ਤੇ ਜਿਵੇਂ ਟੈਨੈਂਟਸ ਦਾ ਵੀ ਰਾਈਟ ਹੁੰਦਾ ਸੀਗਾ, ਜਿਹੜਾ ਬੰਦਾ ਜ਼ਮੀਨ ਬਾਹਰ ਹੁੰਦਾ ਸੀਗਾ, ਉਹਦੇ ਕੋਲ ਵੀ ਰਾਈਟਸ ਹੁੰਦੇ ਸੀ, ਉਹ ਵੀ ਹੱਕ ਸੁਬੇ ਵਿੱਚ ਪ੍ਰਾਪਰਟੀ ਪਰਚੇਜ ਕਰ ਸਕਦਾ ਸੀ ਮਾਲਕ ਦੀ। ਜੇ ਮਾਲਕ ਕਿਸੇ ਨੂੰ ਹੋਰ ਨੂੰ ਜ਼ਮੀਨ ਵੇਚਣੀ ਚਾਹੁੰਦਾ ਹੈ ਤਾਂ ਪਹਿਲਾਂ ਟੈਨੈਂਟਸ ਦਾ ਰਾਈਟ ਆ ਜਾਂਦਾ ਸੀਗਾ। ਇਹਦੇ 'ਚ ਕਨਫਰ ਰਾਈਟਸ ਔਨ ਦਾ ਟੈਨੈਂਟਸ ਟੂ ਪ੍ਰੀਐਂਪਟ ਐਂਡ ਪਰਚੇਜ देयर ਟੈਨੈਂਸੀਜ਼ ਇਨ ਦ ਸਰਟਨ ਕੇਸਸ, ਦਸ ਟੂ ਮੇਕ ਦਾ ਟੇਲਰ ਓਨਰ, ਮਤਲਬ ਮਾਲਕ ਤੋਂ ਉਹ ਪਰਚੇਜ ਕਰ ਸਕਦਾ ਸੀਗਾ। 1973 ਚ ਆ ਕੇ ਖਤਮ ਹੋ ਗਿਆ ਜੀ ਹੱਕ ਸੁਬਾ, 9/4/1973 ਨੂੰ। ਜਿਹੜਾ ਪੈਪਸੂ ਬਣਿਆ ਸੀਗਾ ਜੀ,
ਇਹ ਆ ਕੇ ਫਿਰ 1901 1156 ਨੂੰ ਇਹ ਹੈਗਾ ਸੀਗਾ, ਇਹ ਦੁਬਾਰਾ ਪੰਜਾਬ 'ਚ ਮਰਜ ਹੋਇਆ ਸੀਗਾ। ਹੁਣ ਆਪਾਂ ਪੜਾਂਗੇ ਡੈਫੀਨੇਸ਼ਨ ਕਲਾਸ ਦੀ ਟੈਨੈਂਸੀ ਐਕਟ ਦੀ ਡੈਫੀਨੇਸ਼ਨ ਕਲਾਸ। ਕੋਈ ਵੀ ਐਕਟ ਹੈ ਜੀ ਉਹਦੇ ਵਿੱਚ ਡੈਫੀਨੇਸ਼ਨ ਕਲਾਸ ਜ਼ਰੂਰ ਹੁੰਦੀ ਹੈ। ਕੁਝ ਕਲਾਸਿਸ ਆਪਸ ਵਿੱਚ ਮਿਲਦੇ ਜੁਲਦੀਆਂ ਹੁੰਦੀਆਂ ਨੇ, ਕੁਝ ਡੈਫੀਨੇਸ਼ਨਾਂ ਮਿਲਦੇ ਜੁਲਦੀਆਂ ਹੁੰਦੀਆਂ ਨੇ। ਸੈਕਸ਼ਨ 2 ਕੱਢੋ ਜੀ, ਪੰਜਾਬ ਸਿਕਿਉਰਿਟੀ ਐਕਟ ਦੀ ਡੈਫੀਨੇਸ਼ਨ 2, ਲੈਂਡ ਓਨਰ। ਡੈਫੀਨੇਸ਼ਨ ਕਲਾਸ ਹੈ ਜੀ ਲੈਂਡ ਓਨਰ। देखो इत्थे लिखा है लैंड ओनर कौन होंदा है। लैंड ओनर आपको सारों पता है भी वो मालक जमीन का जिहड़ा मामला अदा करता है, ठीक है जी, वो मालक होंदा है। इत्थे इहने कहता भी पंजाब रेवन्यू लैंड एक्ट, पंजाब लैंड रेवन्यू एक्ट दे विच डेफिनेशन दी गई है इहदी। हुण अपने कई साथी चक के यही दे देंगे डेफिनेशन, है जी। मीन्स ए पर्सन डिफाइंड एज सच इन द पंजाब लैंड रेवन्यू एक्ट 1887 allotee and lessee as defined in clause B and C। ਇੱਥੇ ਇਹਦੇ ਵਿੱਚ ਇਸਨੇ ਲੈਂਡ ਓਨਰ ਦੀ ਡੈਫੀਨੇਸ਼ਨ ਦਿੱਤੀ ਨਹੀਂ ਹੈਗੀ, ਇਹਨੇ ਕਹਿੰਦਾ ਵੀ ਤੁਸੀਂ ਫਲਾਣਾ ਐਕਟ ਦੇਖ ਲਓ, ਠੀਕ ਹੈ। ਇਸ ਕਰਕੇ ਜੇ ਸਾਨੂੰ ਡੈਫੀਨੇਸ਼ਨ ਲੈਂਡ ਓਨਰ ਦੀ ਪੰਜਾਬ ਇਸ ਐਕਟ ਦੇ ਵਿੱਚ ਜਦੋਂ ਅਸੀਂ 4 ਨੰਬਰ ਪੇਪਰ ਪੜ੍ਹਦੇ ਹਾਂ, ਠੀਕ ਹੈ, ਜਦੋਂ ਪੜਾਂਗੇ ਤਾਂ ਅਸੀਂ ਇਹ ਡੈਫੀਨੇਸ਼ਨ ਨਹੀਂ ਲਿਖਣੀ ਹੈਗੀ लैंड ओनर की। लैंड ओनर की जी डेफिनेशन है साडे लैंड रेवन्यू एक्ट आप पढ़ी सी भी लैंड ओनर कौन है, जमीन का मालक है जिहड़ा मामला अदा करता है। मॉर्गेज विद पोजेशन भी हो सकता है, ठीक है जी, परचेज भी हो सकता है लैंड का। अगे ने एक्सप्लेनेशन दसता इन रिस्पेक्ट ऑफ लैंड मॉर्गेज विद पोजेशन द मॉर्गेजी शैल बी डीम्ड टू बी द लैंड ओनर। वो आपां ओहदे पंजाब लैंड रेवन्यू एक्ट दे विच भी कहा गया है ਜਿਹੜਾ ਮੌਰਗੇਜ ਵਿਦ ਪੋਜੈਸ਼ਨ ਹੈ, ਜਿਹਦੇ ਕੋਲ ਕਬਜ਼ਾ ਹੈ, ਜਿਹਦੀ ਕੋਈ ਜ਼ਮੀਨ ਮੌਰਗੇਜ ਹੈ, ਉਹ ਵੀ ਜਿਹੜਾ ਹੈਗਾ ਲੈਂਡ ਓਨਰ ਦੀ ਪਰਿਭਾਸ਼ਾ ਵਿੱਚ ਆ ਜਾਂਦਾ ਹੈ। ਮਤਲਬ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਲੈਂਡ ਓਨਰ ਦੀ ਜਿਹੜੀ ਭਾਸ਼ਾ ਹੈਗੀ ਹੈ, ਪਰਿਭਾਸ਼ਾ ਹੈਗੀ ਹੈ, ਤੁਸੀਂ ਇਹਦੇ ਨਾਲ ਹੀ ਨਾ ਆਪਦੀ ਇਸ ਬੁੱਕ ਦੇ ਉੱਪਰ ਤੁਸੀਂ ਪੰਜਾਬ ਲੈਂਡ ਰੈਵਨਿਊ ਐਕਟ ਵਿੱਚ ਜੋ ਡੈਫੀਨੇਸ਼ਨ ਦਿੱਤੀ ਗਈ ਹੈ ਉਸ ਡੈਫੀਨੇਸ਼ਨ ਨੂੰ ਤੇ ਇੱਥੇ ਪ੍ਰੋਡਿਊਸ ਕਰ ਲਓ, ਲਿਖ ਲਓ। ਉਹ ਡੈਫੀਨੇਸ਼ਨ ਅਸੀਂ ਲਿਖਣੀ ਹੈ ਇੱਥੇ ਇਸ ਪੇਪਰ ਦੇ ਵਿੱਚ, ਜੇ ਸਾਨੂੰ ਇਹ ਲੈਂਡ ਓਨਰ ਦੀ ਪਰਿਭਾਸ਼ਾ ਆ ਜਾਂਦੀ ਹੈ ਔਰ ਆਂਦੀ ਵੀ ਜ਼ਰੂਰ ਹੈ, ਇਹ ਵੀ ਗੱਲ ਨਾਲ ਹੈਗੀ, ਠੀਕ ਹੈ। ਇਹ ਡੈਫੀਨੇਸ਼ਨ ਅਸੀਂ ਲਿਖਣੀ ਨਹੀਂ ਹੈਗੀ, ਬੇਸਿਕ ਲਿਖਣੀ ਹੈ। ਤੇ ਬੇਸਿਕ ਇਨਕਲੂਡ ਕਰ ਦਿੱਤੇ ਨਾ, ਫਿਰ ਲਿਖਣੀ ਤਾਂ ਪਊਗੀ। ਉਹ ਵੀ ਲੈਂਡ ਓਨਰ ਦੀ ਪਰਿਭਾਸ਼ਾ ਰੈਵਨਿਊ ਐਕਟ ਚੋਂ ਲੈ ਕੇ ਉਹ ਚ ਵੀ ਹੈਗਾ। ਇਹਦੇ ਵਿੱਚ ਸਰ ਇੱਕ ਰਿਕੁਐਸਟ ਆ, ਬੇਨਤੀ ਸੁਣ ਲਿਓ ਪਹਿਲਾਂ। ਇਨਕਲੂਜਨ ਕਰ ਦਿੱਤੀ ਨਾ ਲੋਟੀ ਦੀ ਤੇ ਲੈਸੀ ਦੀ, ਇਹਨਾਂ ਇਨਕਲੂਡ ਸਾਨੂੰ ਕਰਨਾ ਹੀ ਪੈਣਗੇ ਨਾ ਸਰ। ਹਾਂ, ਇਹ ਲਿਖ ਕੇ ਤੁਸੀਂ ਨਾਲ ਕਲੈਰੀਫਾਈ ਕਰ ਲਓ ਉਹਦੇ ਵਿੱਚ। ਦੂਜੀ ਠੀਕ ਹੈ ਸਰ, ਪੰਜਾਬ ਲੈਂਡ ਰੈਵਨਿਊ ਐਕਟ ਦੀ ਜਿਹੜੀ ਹੈਗੀ ਹੈ ਨਾ, ਉੱਥੋਂ ਡਿਟੇਲ ਲਿਖ ਦਿਓ। ਇੱਥੋਂ ਤੁਸੀਂ ਸੈਕਸ਼ਨ ਨੰਬਰ A ਪਾ ਦਿਓ, ਕਿਉਂਕਿ ਉੱਥੇ ਸੈਕਸ਼ਨ ਹੋਰ ਹੈ, ਇੱਥੇ ਸੈਕਸ਼ਨ ਹੋਰ ਹੈ। ਸੈਕਸ਼ਨ ਤੁਸੀਂ 2 ਲਿਖ ਕੇ, ਠੀਕ ਹੈ, ਇੱਥੋਂ ਸ਼ਾਰਟ 'ਚ ਲਿਖ ਕੇ ਤੇ ਨਾਲ ਡਿਟੇਲ ਤੁਸੀਂ ਉੱਥੋਂ ਲਿਖ ਦਿਓ। ਜੋ ਕੋਈ ਵਰਡ ਜਿਹਦੇ 'ਚ ਨਹੀਂ ਲਿਖਿਆ ਹੋਇਆ ਉਹ ਉੱਥੋਂ ਇਨਕਲੂਡ ਪਾ ਦਿਓ ਇਹਦੇ ਵਿੱਚ। ਉਹਦਾ ਸੈਕਸ਼ਨ 3 ਹੈ। ਹਾਂ, ਮੈਂ ਉਹੀ ਕਹਿ ਰਿਹਾ ਵੀ ਉਹਦੀ ਸੈਕਸ਼ਨ 3 ਹੈਗੀ ਹੈ ਐਜ਼ ਪਰ ਸੈਕਸ਼ਨ 3। ਇੱਥੇ ਲਿਖ ਕੇ ਐਜ਼ ਪਰ ਸੈਕਸ਼ਨ 3 ਉਹਦਾ ਪੰਜਾਬ ਲੈਂਡ ਰੈਵਨਿਊ ਐਕਟ, ਫਿਰ ਤੁਸੀਂ ਡਿਟੇਲ ਦੇ ਦਿਓ ਉਹਦੀ, ਠੀਕ ਹੈ। ਉਹਦੇ ਵਿੱਚ ਮੌਰਗੇਜ ਵਿਦ ਪੋਜੈਸ਼ਨ ਉਹਦੇ ਵਿੱਚ ਵੀ ਲਿਖਿਆ ਹੋਇਆ ਹੈਗਾ। ਜਿਹੜੀ ਚੀਜ਼ ਉਹ 'ਚੋਂ ਇਹਦੇ ਵਿੱਚੋਂ ਨਹੀਂ ਹੈਗੀ ਉਹਦੇ 'ਚੋਂ ਐਡ ਕਰ ਦਿਓ, ਠੀਕ ਹੈ ਜੀ। ਹਾਂ, ਜਿਹੜੀ ਚੀਜ਼ ਤਾਂ ਇਹਦੇ ਵਿੱਚ ਕਵਰ ਹੁੰਦੀ ਹੈ ਤਾਂ ਠੀਕ ਹੈ, ਜਿਹੜਾ 'ਚ ਕਵਰ ਨਹੀਂ ਹੁੰਦਾ, ਮਤਲਬ ਇਹ 'ਚ ਦੇਖੋ ਇੱਥੇ ਲਿਖਿਆ ਨਹੀਂ ਹੈਗਾ ਵੀ ਹੂ ਪੇਜ਼ ਦਾ ਲੈਂਡ ਰੈਵਨਿਊ, ਇੱਥੇ ਕਿਤੇ ਨਹੀਂ ਲਿਖਿਆ। ਮੇਨ ਚੀਜ਼ ਹੈ ਲੈਂਡ ਰੈਵਨਿਊ ਕੌਣ ਪੇ ਕਰਦੇ ਨੇ, ਲੈਂਡ ਓਨਰ ਪੇ ਕਰਦਾ ਹੈ, ठीक है। दूसरा आ गया जी स्मॉल लैंड ओनर्स। मीन जे लैंड ओनर आप जो एक्ट पढ़ रहे हैं तो आ जाता स्मॉल लैंड ओनर की परिभाषा आती है। मीन जे लैंड ओनर हुज इंटायर लैंड इन द स्टेट ऑफ पंजाब डज नॉट एक्सीड द परमिसिबल एरिया। परमिसिबल एरिया की लिमिट दसी गई ਆਪਾਂ ਇਹਦੇ ਵਿੱਚ ਪਹਿਲਾਂ ਆਪਾਂ ਮੈਂ ਸ਼ਾਰਟ ਦੱਸਿਆ ਮੂਰਲੇ ਉਹਦੇ ਚ ਦੱਸਿਆ ਹੈਗਾ ਹਿਸਟਰੀ ਦੇ ਵਿੱਚ 30 ਸਟੈਂਡਰਡ ਏਕੜ ਹੁੰਦੀ ਹੈ। ਜਿਹੜੇ ਨॉन ਡਿਸਪਲੇਸਡ ਪਰਸਨ ਹੁੰਦੇ ਨੇ, ਜਿਹੜੇ ਡਿਸਪਲੇਸਡ ਪਰਸਨ ਹੁੰਦੇ ਉਹਨਾਂ ਲਈ 50 ਏਕੜ ਹੁੰਦੀ ਹੈ ਤੇ ਜਿਹੜਾ ਆਪਣਾ ਬਾਗਬਾਨੀ ਦਾ ਇਲਾਕਾ ਹੁੰਦਾ ਏਰੀਆ ਹੁੰਦਾ ਉਹ ਐਗਜ਼ੈਂਪਟ ਕੀਤਾ ਜਾਂਦਾ ਹੈ। ਤੇ ਜਿਹੜੇ ਸਮਾਲ ਲੈਂਡ ਓਨਰਸ ਹੁੰਦੇ ਨੇ ਉਹ ਜਿਨ੍ਹਾਂ ਦਾ ਕੋਲੇ ਜਿਹੜਾ ਏਰੀਆ ਹੁੰਦਾ ਉਹ 30 ਸਟੈਂਡਰਡ ਏਕੜ ਤੋਂ ਵੀ ਘੱਟ ਹੁੰਦਾ ਹੈ, ਉਹਨੂੰ ਅਸੀਂ ਸਮਾਲ ਲੈਂਡ ਓਨਰਸ ਕਹਿੰਦੇ ਨੇ। ਜਿਹਦੇ ਕੋਲੇ ਰਕਬਾ ਜਿਹਦਾ ਸਰਪਲਸ ਨਹੀਂ ਨਿਕਲਦਾ, ਹੀ ਕਹੀਏ ਜਿਹਦਾ ਰਕਬਾ ਸਰਪਲਸ ਨਹੀਂ ਨਿਕਲਦਾ ਉਹਨੂੰ ਅਸੀਂ ਸਮਾਲ ਲੈਂਡ ਓਨਰਸ ਕਹਿੰਦੇ। ठीक है जी। इतनी एक्सप्लेनेशन दी है दी अगे एक्सप्लेनेशन इन कंप्यूटिंग द एरिया
held by any particular landowner, the entire land owned by him in the state of Punjab as entered in the record of rights shall be taken into account। मतलब कि ਜਮਾਬੰਦੀ ਦੇ ਵਿੱਚ ਜੋ ਰਿਕਾਰਡ ਉਹਦਾ ਬਣਿਆ ਹੋਇਆ ਹੈਗਾ ਉਸ ਨੂੰ ਅਸੀਂ ਮੰਦੇ ਨਜ਼ਰ ਰੱਖਣਾ, ਉੱਥੋਂ ਹੀ ਉਹਦਾ ਰਕਬਾ ਕੱਢਿਆ ਜਾਣਾ ਹੈ। ਐਂਡ ਇਫ ਹੀ ਇਜ਼ ਅ ਜੁਆਇੰਟ ਓਨਰ ਓਨਲੀ ਹਿਜ ਸ਼ੇਅਰ ਸ਼ੈਲ ਬੀ ਟੇਕਨ। मतलब होल्डिंग कितनी ਉਹਦੀ ਹੋਲਡਿੰਗ ਹੈ, ਜੇ ਉਹ ਹਿੱਸੇਦਾਰੀ ਚ ਹੈ, ਜੇ ਉਹ ਇੰਡੀਵਿਜੂਅਲ ਮਾਲਕ ਹੈ, ਠੀਕ ਹੈ ਜੀ। ਉਹਦੀ ਟੋਟਲ ਹੋਲਡਿੰਗ ਦੇਖਣੀ ਹੈ, ਇਕੱਲੇ ਦੀ ਵੀ ਦੇਖ ਸਕਦੇ ਹਾਂ ਤੇ ਦੋਨਾਂ ਦੀ ਮਿਲਾ ਕੇ ਦੇਖ ਸਕਦੇ ਹਾਂ। ਨੈਕਸਟ ਫਿਰ ਇਹਨੇ ਦੁਬਾਰਾ ਪਰਮਿਸਿਬਲ ਏਰੀਆ ਦੀ ਡੈਫੀਨੇਸ਼ਨ ਦਿੱਤੀ ਹੈ, ਕਲੀਅਰ ਕਰਕੇ ਡੈਫੀਨੇਸ਼ਨ ਦੇ ਵਿੱਚ ਆ ਗਿਆ ਪਰਮਿਸਿਬਲ ਏਰੀਆ ਕੀ ਹੁੰਦਾ। ਇਨ ਰਿਲੇਸ਼ਨ ਟੂ ਅ ਲੈਂਡ ਓਨਰ ਔਰ ਅ ਟੈਨੈਂਟ ਮੀਨਸ 30 ਸਟੈਂਡਰਡ ਏਕੜਸ। मतलब कि ਅਸੀਂ ਟੈਨੈਂਟ ਨੂੰ ਵੀ ਇਸੇ ਭਾਸ਼ਾ ਚ ਲੈਂਦੇ ਹਾਂ, ਲੈਂਡ ਓਨਰ ਕਹਿ ਸਕਦੇ ਹਾਂ। ਟੈਨੈਂਟ ਕੌਣ ਹੈ? ਟੈਨੈਂਟ ਵਿਦ ਪੋਜੈਸ਼ਨ ਜਿਹੜੇ ਹੁੰਦੇ ਨੇ, ਜਿਵੇਂ ਕਿ ਆਕੂਪੈਂਸੀ ਟੈਨੈਂਟ ਜਿਹੜੇ ਹੁੰਦੇ ਨੇ, ਉਹਨਾਂ ਦੀ ਵੀ ਜੇ ਹੁਣ ਕਿਸੇ ਬੰਦੇ ਕੋਲੇ ਜ਼ਮੀਨ ਹੈ ਮਤਲਬ 30 ਸਟੈਂਡਰਡ ਏਕੜ ਤੋਂ ਜ਼ਿਆਦਾ ਕਿਸੇ ਟੈਨੈਂਟ ਕੋਲੇ ਹੈਗੀ ਹੈ, ਤਾਂ ਇਹਦਾ ਮਤਲਬ ਇਹ ਥੋੜਾ ਵੀ ਉਹ ਟੈਨੈਂਟ ਦਾ ਇੰਜੋਏ ਕਰੇ, ਮਾਲਕ ਇੰਜੋਏ ਕਰ ਨਾ ਸਕੇ। 30 ਸਟੈਂਡਰਡ ਏਕੜ ਤੋਂ ਵੱਧ ਰਕਬੇ ਦਾ ਟੈਨੈਂਟ ਕੋਲੇ ਵੀ ਨਹੀਂ ਰਹਿ ਸਕਦੀ। ਇਸ ਕਰਕੇ ਇਹ ਜਿਹੜਾ ਐਕਟ ਹੈ ਟੈਨੈਂਟ ਤੇ ਵੀ ਲਾਗੂ ਹੁੰਦਾ ਹੈ। Permissible area in relation to landowner or a tenant means 30 standard acres, and where such 30 standard acres on being converted into ordinary acres exceed 60 acres, such 60 acres। मान लो ਹੁਣ ਇੱਥੇ ਸਮਝਣ ਵਾਲੀ ਗੱਲ ਹੈਗੀ ਆ, ਕਿਸੇ ਬੰਦੇ ਕੋਲੇ 30 ਸਟੈਂਡਰਡ ਏਕੜ ਰਕਬਾ ਹੈਗਾ, ਪਰ ਜੇ ਆਪਾਂ ਉਹਦੇ ਆਰਡਨਰੀ ਸੈਕਟਰ ਬਣਾਈਏ, ਏਕੜ ਬਣਾਈਏ, ਉਹ ਮੰਨ ਲਓ ਉਹਦੇ 80 ਬਣ ਜਾਂਦੇ। क्यों बन जाते 80? कुछ 4 आने का रकबा है, कुछ ਉਹਦੇ ਕੋਲੇ 8 ਆने का रकबा है, ठीक है, कुछ ਉਹਦੇ ਕੋਲੇ 6 ਆने का रकबा है। ਇਹ ਸਾਰੇ ਰਕਮ ਜਦੋਂ ਅਸੀਂ ਰੱਖਦੇ ਆ ਇਦਾਂ ਉਹਦੇ ਕੋਲੇ 80 ਕਿੱਲੇ ਜ਼ਮੀਨ ਦੇ ਨੇ, ਠੀਕ ਹੈ ਜੀ। ਕੁਝ 4 ਆने ਵਾਲੇ, ਕੁਝ 6 ਆने ਵਾਲੇ, ਕੁਝ 8 ਆने वाले, 80 एकड़ ਜ਼ਮੀਨ ਹੈ। पर मान लो 30 स्टैंडर्ड एकड़ तक वो रख सकता है, ठीक है। मान लो 30 स्टैंडर्ड एकड़ रकबा बनता है, पर फिर भी रकबा बन जाता 70 एकड़। रकबा 30 स्टैंडर्ड एकड़ ही बनता है, बन जाता 70 एकड़। ਇਹਦੇ ਜੇ ਆਪਾਂ ਉਹਦੀ ਕੀਮਤ ਦੇ ਹਿਸਾਬ ਨਾਲ ਲਾ ਗਏ ਇਹ ਤਾਂ 70 एकड़ ਬਣ ਜਾਂਦਾ ਹੈ। ਇੱਥੇ ਇੱਕ ਲਿਮਟ ਲਗਾਤੀ। ਲਿਮਟ ਕੀ ਲਗਾਤੀ? ਬੇਸ਼ੱਕ ਰਕਬਾ 30 स्टैंडर्ड एकड़ ਬਣਦਾ ਹੈ, ਪਰ ਜੇ ਰਕਬਾ ਉਹਦੇ ਕੋਲ 70 एकड़ ਹੈ, पर वो 60 एकड़ तक रख सकता है, तो वध नहीं रख सकता, ठीक है जी। लिमिट लगाती, बेशक ਉਹਦਾ ਰਕਬਾ ਵੱਧ ਜਾਂਦਾ ਹੈ ਨਾ, 30 ਸਟੈਂਡਰਡ ਏਕੜ ਦੇ ਅੰਦਰ ਰਹਿੰਦਾ ਹੈ, ਪਰ ਜ਼ਮੀਨ ਦੀ ਕੀਮਤ ਹੋਣ ਦੇ ਕਾਰਨ, ਘੱਟ ਹੋਣ ਦੇ ਕਾਰਨ ਜੇ ਰਕਬਾ ਜ਼ਿਆਦਾ ਕਿੱਲੇ ਬਣ ਜਾਂਦੇ ਨੇ, 70 ਕਿੱਲੇ ਬਣ ਜਾਂਦੇ ਨੇ, ਪਰ ਉੱਥੇ ਇੱਕ ਲਿਮਟ ਲਗਾਤੀ ਵੀ ਤੁਸੀਂ 60 ਏਕੜ ਤੋਂ ਵੱਧ ਨਹੀਂ ਰੱਖ ਸਕਦੇ, ठीक है जी। 60 एकड़ पढ़ के देखोगे। Permissible area in relation to the landowners or tenants means 30 standard acres, and where such 30 standard acres on being converted into ordinary acres exceeds 60 acres, such 60 acres ਜੇ 60 ਏਕੜ ਤੋਂ ਵੱਧ ਜਾਂਦੇ ਨੇ ਤਾਂ ਉਹ 60 ਏਕੜ ਤੋਂ ਵੱਧ ਨਹੀਂ ਰੱਖ ਸਕਦਾ, 60 ਏਕੜ ਤੱਕ ਰੱਖ ਸਕਦਾ ਹੈ ordinary ਏਕੜ। ਅੱਗੇ ਫਿਰ ਇਹਨੇ ਕੁਝ ਸ਼ਰਤਾਂ ਲਗਾਤੀਆਂ, ਪ੍ਰੋਵੀਜ਼ੋ ਦਿੱਤੀ ਹੈ, ਅੱਗੇ ਕੰਡੀਸ਼ਨਾਂ ਕੁਝ ਲਗਾਈਆਂ ਨੇ। ਪ੍ਰੋਵੀਜ਼ਨ ਇਹਨੂੰ ਆਪਾਂ ਪ੍ਰੋਵੀਜ਼ੋ ਕਹਿੰਦੇ ਆ। ਪ੍ਰੋਵੀਜ਼ੋ 1 ਚ ਕੀ ਕਹਿੰਦੇ ਆ? ਜਿਹੜਾ ਬਾਗ ਦਾ ਰਕਬਾ ਹੈਗਾ ਆਰਚਰਡ ਐਟ ਦਾ ਕਮੈਂਸਮੈਂਟ ਆਫ ਦਿਸ ਐਕਟ, ਜਦੋਂ ਇਹ ਐਕਟ ਹੋਂਦ ਵਿੱਚ ਆਇਆ ਉਸ ਤੋਂ ਪਹਿਲਾਂ ਉਸ ਸਮੇਂ ਜੇ ਕਿਤੇ ਬਾਗ ਲੱਗਿਆ ਹੋਇਆ ਸੀਗਾ, ਉਹਨੂੰ ਅਸੀਂ ਇਹ ਜਿਹੜਾ ਸਰਪਲਸ ਏਰੀਆ ਵਿੱਚ ਨਹੀਂ ਕਰਨਾ ਹੁੰਦਾ, ਇਹਨੂੰ ਬਾਹਰ ਕੱਢ ਦੇਣਾ ਹੁੰਦਾ, ਠੀਕ ਹੈ ਜੀ। ਕਲੌਜ਼ 2 ਦੀ ਸਬ ਕਲੌਜ਼ ਇਹ ਹੈ, ਉਹ ਇਹ ਕੀ ਕਹਿੰਦੀ ਹੈ ਵੀ ਹੂ ਹੈਜ਼ ਬੀਨ ਅਲੋਟਡ ਲੈਂਡ ਇਨ ਐਕਸੈਸ ਆਫ 50 ਸਟੈਂਡਰਡ ਏਕੜਸ। ਵੀ ਜੇ ਕਿਸੇ ਨੂੰ 50 ਸਟੈਂਡਰਡ ਏਕੜ ਤੋਂ ਰਕਬਾ ਵੱਧ ਅਲਾਟ ਹੋ ਗਿਆ, the permissible area shall be 50 standard acres or 100 ordinary acres as these case be। मतलब ਇਹ ਗੱਲ ਕੀਤੀ ਹੈ ਡਿਸਪਲੇਸਡ ਪਰਸਨ ਦੀ ਗੱਲ ਹੁੰਦੀ ਹੈ, ਇਹ ਸਿਰਫ ਉਹ ਤੇ ਲਾਗੂ ਹੁੰਦੀ ਹੈ ਜਿਹੜੇ ਬੰਦੇ ਕਿਤੋਂ ਮਤਲਬ ਕਿ ਉੱਜੜ ਕੇ ਆਏ ਕੇ ਆਉਂਦੇ ਆ ਤੇ ਉਹਨਾਂ ਨੂੰ ਸਰਕਾਰ ਵੱਲੋਂ ਜ਼ਮੀਨ ਅਲਾਟ ਕੀਤੀ ਜਾਂਦੀ ਹੈ। ਉਹਨਾਂ ਵਾਸਤੇ ਆਪਾਂ ਪਹਿਲਾਂ ਵੀ ਮੈਂ ਦੱਸਿਆ ਸੀਗਾ ਵੀ ਉਹਨਾਂ ਵਾਸਤੇ ਜਿਹੜੀ ਸਟੈਂਡਰਡ ਏਕੜ ਦੀ ਗੱਲ ਹੈ 30 ਨਹੀਂ ਹੈ 50 ਹੈ, ਠੀਕ ਹੈ। ਉੱਥੇ 30 ਨਹੀਂ ਹੈ, ਜਿਹੜੇ ਕੋਈ ਡਿਸਪਲੇਸ ਪਰਸਨ ਨੂੰ ਦੁਬਾਰਾ ਅਸੀਂ ਰੀਸੈਟਲਮੈਂਟ ਕੀਤਾ, ਸਰਕਾਰ ਨੇ ਜ਼ਮੀਨ ਅਲਾਟ ਕੀਤੀ ਹੈ, ਉਹਨਾਂ ਵਾਸਤੇ 50 ਏਕੜ ਦੀ ਲਿਮਟ ਹੈ। ਪਰ
ਜੇਕਰ ਉਸ 50 ਏਕੜ ਨੂੰ ਅਸੀਂ ਕਨਵਰਟ ਕਰੀਏ ਤਾਂ ਰਕਬਾ ਕਨਵਰਟ ਕਰਨ ਤੋਂ ਬਾਅਦ ਜੇ ਰਕਬਾ 100 ਤੋਂ ਉੱਪਰ ਵੱਧ ਜਾਂਦਾ ਹੈ 110 ਜਾਂ 120 ਏਕੜ ਬਣ ਜਾਂਦਾ ਹੈ ਤਾਂ 110 ਜਾਂ 20 ਏਕੜ ਨਹੀਂ ਉਸ ਨੂੰ ਦੇਣਾ, ਉਹਨੂੰ ਸਿਰਫ 100 ਏਕੜ ਤੱਕ ਰਕਬਾ ਦਿੱਤਾ ਜਾ ਸਕਦਾ ਹੈ। ਆਰਡਨਰੀ ਏਕੜ ਕਨਵਰਟ ਕਰਕੇ 100 ਏਕੜ ਤੋਂ ਰਕਬਾ ਉਹਦਾ ਵਧਣਾ ਨਹੀਂ ਚਾਹੀਦਾ। ਜਿਵੇਂ 30 ਤੋਂ 60 ਹੈ ਐਦਾਂ 50 ਤੋਂ 100 ਹੈ, ਮਤਲਬ ਦੁੱਗਣੇ ਮੈਕਸਿਮਮ ਦੁੱਗਣੇ ਕਿੱਲੇ ਰੱਖ ਸਕਦਾ ਹੈ ਬੰਦਾ। 30 ਵਾਲਾ 60 ਰੱਖ ਸਕਦਾ ਹੈ ਆਰਡਨਰੀ ਏਕੜ, 50 ਵਾਲਾ 100 ਰੱਖ ਸਕਦਾ ਹੈ ਆਰਡਨਰੀ ਏਕੜ। ਨੈਕਸਟ ਬੀ ਕਲੌਜ਼ ਕੀ ਹੈ? who has been allotted land in excess of 30 standard acres। ਜੇ ਕਿਸੇ displaced person ਦੀ ਗੱਲ ਚੱਲ ਰਹੀ ਹੈ ਸਾਰੀ ਇਸ ਕਲੌਜ਼ 2 ਦੇ ਸਬ ਸੈਕਸ਼ਨ ਸਬ ਕਲੌਜ਼ 2 ਹੈ ਜਿਹੜੀ ਸੈਕਸ਼ਨ 3 ਦੀ ਸਬ ਸੈਕਸ਼ਨ 2 ਕਲੌਜ਼ 2 ਦੀ ਜਿਹੜੀ ਹੈਗੀ ਹੈ ਇਹ ਡਿਸਪਲੇਸਡ ਪਰਸਨ ਦੀ ਗੱਲ ਕਰ ਰਹੇ ਹਾਂ ਅਸੀਂ। ਜੇ ਕਿਸੇ ਡਿਸਪਲੇਸਡ ਪਰਸਨ ਦੇ ਬੰਦੇ ਨੂੰ ਜਿਹੜੀ ਜ਼ਮੀਨ ਹੈ who has been allotted land in excess of 30 standard acres, ਜੇ 30 ਸਟੈਂਡਰਡ ਏਕੜ ਤੋਂ ਵੱਧ ਰਕਬਾ ਕਿਸੇ ਨੂੰ ਅਲਾਟ ਕੀਤਾ ਜਾਂਦਾ ਹੈ ਪਰ 50 ਏਕੜ ਤੋਂ ਘੱਟ ਅਲਾਟ ਕੀਤਾ ਜਾਂਦਾ ਹੈ, ਮਤਲਬ ਕਿ 40-45 ਏਕੜ ਰਕਬਾ ਕਿਸੇ ਨੂੰ ਅਲਾਟ ਕਰਤਾ ਸਟੈਂਡਰਡ ਏਕੜਾਂ ਦੇ ਵਿੱਚ, 40 ਜਾਂ 45 ਏਕੜ ਰਕਬਾ ਕਿਸੇ ਨੂੰ ਅਲਾਟ ਕੀਤਾ ਸਟੈਂਡਰਡ ਏਕੜਾਂ ਦੇ ਵਿੱਚ, the permissible area shall be equal to his allotted area। ਫਿਰ ਉਹਦੇ ਉੱਤੇ ਕੋਈ ਬੰਦਿਸ਼ ਤਾਂ ਲੱਗਣੀ ਨਹੀਂ, ਜਿੰਨਾ ਇਹਨਾਂ ਨੂੰ ਅਲਾਟ ਕੀਤਾ ਗਿਆ ਜੇ 50 ਤੋਂ ਘੱਟ ਹੈ ਉਹ ਤਾਂ ਉਹਦਾ ਸਰਪਲਸ ਏਰੀਆ ਵੀ ਉਹਦਾ ਅਲਾਟਮੈਂਟ ਏਰੀਆ ਜਿਹੜਾ ਪਰਮਿਸਿਬਲ ਏਰੀਆ ਉਹ ਨਹੀਂ ਰਹੇਗਾ। ਨੈਕਸਟ ਹੈਗਾ ਸੀ ਕਲੌਜ਼ who has been allotted land less than 30 standard acre, ਜਿਹਨੂੰ ਹੁਣ 30 ਸਟੈਂਡਰਡ ਏਕੜ ਤੋਂ ਰਕਬਾ ਘਟਾਇਆ ਘੱਟ ਅਲਾਟ ਹੋਇਆ ਹੈ, ਸਪੈਸ਼ਲੀ ਫਾਰ ਡਿਸਪਲੇਸਡ ਪਰਸਨਸ the permissible area shall be 30 standard acres including any other land। ਇਹਦੇ ਚ ਉਹ ਆਪਦਾ ਕੋਈ ਹੋਰ ਏਰੀਆ ਵੀ ਪਾ ਸਕਦਾ ਹੈ, 30 ਸਟੈਂਡਰਡ ਏਕੜ ਤੱਕ ਉਹ ਰੱਖ ਸਕਦਾ ਹੈ। ਅੱਗੇ ਆ ਗਿਆ ਜੀ ਸੈਕਸ਼ਨ 4 ਸਬ ਸੈਕਸ਼ਨ 4 ਸੈਕਸ਼ਨ 2 ਦੀ ਰਿਜ਼ਰਵ ਏਰੀਆ। ਰਿਜ਼ਰਵ ਏਰੀਆ ਕੀ ਹੁੰਦਾ ਜੀ? ਇਹ ਡੈਫੀਨੇਸ਼ਨ ਸਮਝਣ ਵਾਲੀ ਹੈ। ਮੰਨ ਲਓ ਕਿਸੇ ਵਿਅਕਤੀ ਕੋਲ ਜ਼ਮੀਨ ਹੈਗੀ ਹੈ 30 ਸਟੈਂਡਰਡ ਏਕੜ ਤੋਂ ਜ਼ਿਆਦਾ ਹੈ, 40 45 50 ਸਟੈਂਡਰਡ ਏਕੜ ਹੈਗੀ ਹੈ, ਤਾਂ ਉਹਨੂੰ ਆਪਸ਼ਨ ਦੇਣੀ ਹੁੰਦੀ ਹੈ ਉਸਨੇ ਕਿਹੜਾ ਏਰੀਆ ਉਹਨੇ ਰਿਜ਼ਰਵ ਰੱਖਣਾ ਆਪਦੇ ਕੋਲ ਰੱਖਣਾ ਹੈ, ਕਿਹੜਾ ਏਰੀਆ ਉਹਨੇ ਸਰਪਲਸ ਲਈ ਛੱਡ ਦੇਣਾ ਸਰਕਾਰ ਨੂੰ। ਜਿਹੜਾ ਏਰੀਆ ਉਸ ਵੱਲੋਂ ਆਪਦੇ ਪਾਸ ਰੱਖਿਆ ਜਾਂਦਾ ਹੈ ਵੀ ਮੈਂ ਇਹਦੀ ਖੇਤੀ ਆਪ ਕਰਨੀ ਹੈ, ਆਪਣੇ ਰਾਹੀਂ ਖੁਦ ਕਰਨੀ ਹੈ, ਮੇਰੇ ਰਿਸ਼ਤੇਦਾਰ ਰਾਹੀਂ ਕਰਾਉਣੀ ਹੈ ਜਾਂ ਮੇਰੇ ਕਿਸੇ ਫੈਮਿਲੀ ਮੈਂਬਰ ਨੇ ਕਰਨੀ ਹੈ, ਠੀਕ ਹੈ ਜੀ। ਸੈਲਫ ਕਲਟੀਵੇਸ਼ਨ ਹੈ, ਕਲਟੀਵੇਸ਼ਨ ਬਾਈ ਵਾਈਫ ਹੈ, ਕਲਟੀਵੇਸ਼ਨ ਬਾਈ ਚਿਲਡਰਨ ਹੋ ਸਕਦੀ ਹੈ। ਜਿਹੜਾ ਏਰੀਆ ਵਿਅਕਤੀ ਵੱਲੋਂ ਆਪਣੇ ਪਾਸ ਰੱਖਿਆ ਜਾਂਦਾ ਹੈ, ਆਪਣੀ ਖੇਤੀਬਾੜੀ ਲਈ ਰੱਖਿਆ ਜਾਂਦਾ ਹੈ, ਉਹਨੂੰ ਰਿਜ਼ਰਵ ਏਰੀਆ ਕਿਹਾ ਜਾਂਦਾ ਹੈ। ਜੇ ਤੁਹਾਡੇ ਕੋਲ ਰਿਜ਼ਰਵ ਏਰੀਆ ਦੀ ਡੈਫੀਨੇਸ਼ਨ ਆਉਂਦੀ ਹੈ ਤਾਂ ਤੁਸੀਂ ਇਹ ਜਿਹੜਾ 2 ਦੀ 4 ਇਹ ਲਿਖਣਾ means the area lawfully reserved under the Punjab Tenant Security of Land Tenure Act 1950 as amended from time to time। Standard acre ਹੁਣ ਸਟੈਂਡਰਡ ਏਕੜ ਸਬ ਸੈਕਸ਼ਨ 5 ਸਟੈਂਡਰਡ ਏਕੜ ਕੀ ਹੁੰਦੇ ਨੇ ਇਹਦੇ ਬਾਰੇ ਡਿਟੇਲ ਦੇ ਵਿੱਚ ਇਹ ਬੁੱਕ ਦੇ ਵਿੱਚ ਵੀ ਤੁਸੀਂ ਪੜ੍ਹ ਸਕਦੇ ਹੋ, ਦੇਖੋਗੇ ਸਟੈਂਡਰਡ ਏਕੜ ਕਿਵੇਂ ਬਣਾਏ ਜਾਂਦੇ ਨੇ, ਕਿਸ ਤਰ੍ਹਾਂ ਹੁੰਦੇ ਨੇ, ਕਿਵੇਂ ਕਨਵਰਟ ਕੀਤੇ ਜਾਂਦੇ ਨੇ। ਇਹ ਬੁੱਕ ਦੇ ਵਿੱਚ ਵੀ ਕਿਹੜਾ ਪੇਜ ਹੈਗਾ पेज नंबर 38। इस बुक का पेज नंबर 38 है जी। ਤੁਸੀਂ ਜਦੋਂ ਇਹ ਪੜੋਗੇ ਤੁਹਾਨੂੰ ਡਿਟੇਲ ਜਾਣਕਾਰੀ ਮਿਲ ਜਾਏਗੀ ਵੀ ਸਟੈਂਡਰਡ ਏਕੜ ਕੀ ਹੁੰਦੇ ਨੇ, ਕਿਵੇਂ ਬਣਦੇ ਨੇ, ਕਿਸ ਤਰ੍ਹਾਂ ਬਣਾਏ ਜਾਂਦੇ ਨੇ। ਵੈਸੇ ਤਾਂ ਜਿਹੜੇ ਸਾਡੇ ਤੁਸੀਂ ਸਾਰੇ ਪੁਰਾਣੇ ਬੰਦੇ ਹੈਗੇ ਉਹ ਕੰਮ ਕਰ ਰਹੇ ਹੋ ਲਗਾਤਾਰ, ਤੁਹਾਨੂੰ ਸਾਰਿਆਂ ਨੂੰ ਨੌਲੇਜ ਦੀ ਹੈਗੀ ਹੈ, ਜਾਣਕਾਰੀ ਸਾਰਿਆਂ ਨੂੰ ਹੈਗੀ ਵੀ ਸਟੈਂਡਰਡ ਏਕੜ ਕਿਹਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਪਰ ਕਿਸੇ ਰਕਬੇ ਨੂੰ ਕੀਮਤ ਦੇ ਲਿਹਾਜ਼ ਨਾਲ ਸਟੈਂਡਰਡਾਂ 'ਚ ਕਨਵਰਟ ਕਰਨਾ
ਉਹਦੇ ਲਈ ਇਸ ਚੈਪਟਰ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ। ਤੁਸੀਂ ਇਹਨੂੰ ਦੇਖ ਕੇ ਪੜ੍ਹ ਸਕਦੇ ਹੋ। ਮੈਂ ਤੁਹਾਨੂੰ ਇਹਦਾ ਸਕਰੀਨਸ਼ਾਟ ਵੀ ਭੇਜ ਦਾਂਗਾ ਨਹੀਂ ਤਾਂ, ਠੀਕ ਹੈ ਜੀ। ਇਹ ਹੈਗਾ ਜਿਵੇਂ ਕੋਈ ਰਕਬਾ 2 ਆਨੇ ਕੀਮਤ ਹੈ, ਕੋਈ 4 ਆਨੇ ਕੀਮਤ ਹੈ, ਕੋਈ 6 ਆਨੇ ਕੀਮਤ ਹੈ, ਕੋਈ 8 ਆਨੇ ਕੀਮਤ ਹੈ, ਕੋਈ 12 ਆਨੇ ਕੀਮਤ ਹੈ, ਕੋਈ 16 ਆਨੇ ਕੀਮਤ ਹੈ। ਹੁਣ ਆਪਾਂ ਸਿੰਪਲ ਜੀ ਗੱਲ ਕਰ ਲਈਏ ਵੀ ਜੇ ਕੋਈ ਰਕਬਾ 4 ਆਨੇ ਕੀਮਤ ਹੈ, ठीक है जी, मतलब 25% रकबा हो गया। 4 आने कीमत का रकबा है, जे किसी को 40 किले रकबा हैगा और उसकी कीमत 4 आने है तो उन्होंने स्टैंडर्ड एकड़ कितने कहांगे आप 10 रह जाएंगे। सिंपल जी गल है। 16 आने दे विच 4 आने 25 पैसे की कीमत कही है उसने, मतलब कि 4 आने रकबा हो जाएगा। वो किले 40 किले बन जाएंगे, स्टैंडर्ड एकड़ 10 बन जाएंगे, 40 किले बन जाएंगे। किसी को 40 किले रकबा हैगा 8 आने कीमत का, 40 किले रकबा हैगा 8 आने कीमत का, मतलब 16 आनिਆਂ ਨੂੰ ਅਸੀਂ स्टैंडर्ड एकड़ कहने हैं। जे कोई रकबा 16 आने कीमत का हैगा, कीमतां किवें लगदियां सीगीਆਂ, चंगी किहड़ी फसल चों किन्नी, किहड़े खेत चों किन्नी पैदाइश पैदा हुंदी है, जिहदे विचों मतलब कि वधिया फसल पैदा हुंदी सी, ਦੋਹੇ फसलों ਨੂੰ पानी लगदा सीगा, ठीक है जी। ਉਹਨੂੰ ਅਸੀਂ 16 ਨੇ ਕੀਮਤ ਰੱਖਿਆ ਸੀਗਾ। ਜਿਹੜੇ 'ਚ ਹੋਰ ਘੱਟ ਪੈਦਾਵਾਰ ਹੁੰਦੀ ਸੀ 12 ਨੇ ਕੀਮਤ ਰੱਖਿਆ ਗਿਆ ਸੀਗਾ। ਜਿਹੜੇ 'ਚ ਅੱਧੀ ਕੁ ਪੈਦਾਵਾਰ ਹੁੰਦੀ ਹੈ 8 ਨੇ ਕੀਮਤ ਰੱਖਿਆ ਜਾਂਦਾ ਸੀਗਾ। ਤੇ ਜੇਕਰ ਆਪਾਂ ਗੱਲ ਕਰਦੇ ਹਾਂ ਵੀ ਕਿਸੇ ਬੰਦੇ ਕੋਲੇ 40 ਕਿੱਲੇ ਜ਼ਮੀਨ 8 ਨੇ ਕੀਮਤ ਦੀ ਹੈ ਤਾਂ ਉਹਦੇ ਸਟੈਂਡਰਡ ਏਕੜ ਕਿੰਨੇ ਬਣ ਜਾਣਗੇ, 20 ਬਣ ਜਾਣਗੇ। ਠੀਕ ਹੈ ਜੀ। ਸਾਰੇ ਇੱਕ ਕਲੀਅਰ ਕਰਿਓ ਗਵਰਨਮੈਂਟ ਜੀ। ਸਟੈਂਡਰਡ ਏਕੜ ਦਾ ਮਤਲਬ ਸਿਰਫ ਆਨਿਆਂ ਦੇ ਹਿਸਾਬ ਨਾਲ ਚਾਹੀ ਬਰਾਨੀ ਜੋ ਵੀ ਜੋ ਜਾਂ ਡਿਮਾਰਕੇਸ਼ਨ ਦਾ ਵੀ ਕੋਈ ਲੈਣਾ ਇਹਦੇ ਵਿੱਚ, ਜਿੱਦਾਂ ਕਿਤੇ ਮਰਬੇ ਕਿਤੇ 57.5 ਇੰਚ ਦੀ ਹੈ ਕਰਮ, ਕਿਤੇ 57.157 ਦੀ 66 ਦੀ, ਇਹ ਇਦਾਂ ਦਾ ਦੱਸਿਓ ਸਰ ਇਹਦੇ ਬਾਰੇ ਤੇ ਇਹ ਚੀਜ਼ ਵੀ ਮੈਂਸ਼ਨ ਕਰਨੀ ਸੀ। ਉਹ ਇਹਦੇ ਵਿੱਚ ਕੀ ਹੁੰਦਾ ਹੈ, ਜਦੋਂ ਵੀ ਕਿਤੇ ਜ਼ਮੀਨ ਦੇ ਕਿੱਲੇ ਜਿਹੜੇ ਛੋਟੇ ਵੱਡੇ ਹੁੰਦੇ ਨੇ, ਕਿਤੇ 66 ਕਿਤੇ ਜ਼ਮੀਨ ਚੱਲ ਰਹੀ ਹੈ 57 ਏਕੜ ਦੀ, 57 ਇੰਚ ਦੀ ਕਰਮ ਜਰੀਬ ਚੱਲ ਰਹੀ ਹੈ, ਕਿਤੇ 99 ਇੰਚ ਦੀ ਵੀ ਚਲਦੀ ਹੋ ਸਕਦੀ ਹੈ, ਹਾਂਜੀ, ਕਿਤੇ 60 ਇੰਚ ਦੀ ਵੀ ਹੈਗੀ ਹੈ। ਇਸ ਬੁੱਕ ਦੇ ਵਿੱਚ 6 ਤਰ੍ਹਾਂ ਦੀ ਜਰੀਬਾਂ ਦਾ ਵੇਰਵਾ ਦਿੱਤਾ ਗਿਆ ਹੈ। 6 ਤਰ੍ਹਾਂ ਦੀਆਂ ਜਰੀਬਾਂ ਹੁੰਦੀਆਂ ਨੇ ਜਿਹਦੇ ਬਾਰੇ ਡਿਟੇਲ ਦਿੱਤਾ ਗਿਆ। ਪਰ ਜਦੋਂ ਜ਼ਮੀਨਾਂ ਨੂੰ ਅਸੀਂ ਕਨਵਰਟ ਕਰਦੇ ਹਾਂ, ਉਹਨਾਂ ਸਾਰੀਆਂ ਜ਼ਮੀਨਾਂ ਨੂੰ ਅਸੀਂ ਕਨਵਰਟ ਕਰ ਲੈਣੇ ਆ 5.5 ਏਕੜ ਦੇ ਵਿੱਚ, 8 ਕਨਾਲ ਦੇ ਵਿੱਚ ਕਨਵਰਟ ਕਰ ਲੈਣੇ ਆ ਉਸ ਰਕਬੇ ਨੂੰ। 66 ਇੰਚ ਵਾਲੀ ਲੈਣੀ ਆ, 66 ਇੰਚ ਵਾਲੀ ਜ਼ਮੀਨ ਨੂੰ ਲੈ ਕੇ ਅਸੀਂ ਸਟੈਂਡਰਡ ਬਣਾਵਾਂਗੇ। ਪਹਿਲਾਂ ਤਾਂ ਅਸੀਂ ਜ਼ਮੀਨ ਨੂੰ ਕਨਵਰਟ ਕਰਾਂਗੇ, ਜਿਵੇਂ ਮਰਬਾ ਕਨਵਰਟ ਕੀਤਾ ਜਾਂਦਾ ਹੈ। ਪਹਿਲਾਂ ਜ਼ਮੀਨ ਜਿਹੜੀ ਵੀ ਕਿਸੇ ਹੋਰ ਕੀਮਤ ਦੀ ਜ਼ਮੀਨ ਹੈ, ਹੁਣ ਮੰਨ ਲਓ ਜ਼ਮੀਨ ਤੇ ਜਿੱਥੇ ਚੱਲਦੀ ਹੈ ਉੱਥੇ 99 ਇੰਚ ਦੀ ਜਰੀਬ ਚੱਲ ਰਹੀ ਹੈ, ਉੱਥੇ ਤਾਂ ਜਿਹੜੇ 6 ਵਿਗੇ ਨੇ ਉਹ ਤਾਂ 18 ਵਿਗੇ ਦੇ ਬਰਾਬਰ ਹੁੰਦੇ ਨੇ, 2 ਵਿਗੇ 6 ਵਿਗੇ ਦੇ ਬਰਾਬਰ ਹੋ ਜਾਂਦੇ ਨੇ। ਠੀਕ ਹੈ ਜੀ। ਆਪਾਂ ਉੱਥੇ ਸਟੈਂਡਰਡ ਏਕੜ ਉਸ ਜਰੀਬ ਦੇ ਮੁਤਾਬਕ ਨਹੀਂ ਨਾ ਮੰਨ ਸਕਦੇ। ਉਸ ਤਾਂ ਜੇ ਰਕਬਾ 30 ਸਟੈਂਡਰਡ ਏਕੜ ਦੀ ਗੱਲ ਹੈ ਤਾਂ 90 ਕਿੱਲੇ ਬਣ ਜਾਣਗੇ ਉਹਦੇ, ਉਸ ਜਰੀਬ ਦੇ ਹਿਸਾਬ ਨਾਲ ਤਾਂ 90 ਕਿੱਲੇ ਜ਼ਮੀਨ ਬਣ ਜਾਂਦੀ ਹੈ 30 ਕਿੱਲੇ ਦੀ ਥਾਂ ਤੇ, ਮਤਲਬ 3 ਟਾਈਮਸ ਹੋ ਜਾਂਦੀ ਹੈ। ਜਿੱਥੇ 5.5 ਦੀ ਹੈ, ਹੁਣ 6.25 ਵਿਗੇ ਦਾ ਕਿੱਲਾ ਉਹਨੂੰ ਨਹੀਂ ਲੈਣਾ ਅਸੀਂ। ਜਿੱਥੇ 5.5 ਦੀ ਜਰੀਬ ਹੈ, 5.5 ਦੀ ਕਰਮ ਹੈ, 5.5 57 ਇੰਚ ਦੀ ਜਿਹੜੀ ਹੈਗੀ ਹੈ ਕਰਮ ਹੈਗੀ ਹੈ, ਉੱਥੇ 6.25 ਵਿਗੇ ਦੇ ਕਿੱਲੇ ਨੇ 50 ਦੇ, ਉਹਨੂੰ ਨਹੀਂ ਅਸੀਂ ਲੈਣਾ। ਅਸੀਂ ਬਣਾ ਲੈਣਾ ਸਟੈਂਡਰਡ ਏਕੜ ਪਹਿਲਾਂ 8 ਕਨਾਲ ਦੇ ਹਿਸਾਬ ਨਾਲ, ਫਿਰ ਉਹਦੀ ਜ਼ਮੀਨ ਨੂੰ ਕਨਵਰਟ ਕਰਕੇ ਆਨੇ ਦੇ ਵਿੱਚ ਫਿਰ ਕਨਵਰਸ਼ਨ ਹੋਣੀ ਹੈ। ਠੀਕ ਹੈ ਜੀ। ਨੈਕਸਟ ਆ ਗਿਆ ਜੀ, ਫਿਰ ਸਰਪਲਸ ਏਰੀਆ ਦੀ ਗੱਲ ਕਰੀਏ ਇਸਨੇ। ਇੱਥੇ ਸਰਪਲਸ ਏਰੀਆ ਕੀ ਹੁੰਦਾ ਹੈ? ਸਰਪਲਸ ਏਰੀਆ ਦੇਖੋ ਸਿੰਪਲ ਜੀ ਗੱਲ ਹੈ, ਕਿਸੇ ਬੱਤੀ ਕੋਲੇ ਕੋਈ 100 ਏਕੜ ਜ਼ਮੀਨ ਹੈ ਜਾਂ 125 ਏਕੜ ਜ਼ਮੀਨ ਹੈ ਜਾਂ 70 ਕਿੱਲੇ ਜ਼ਮੀਨ ਹੈ, 60 ਕਿੱਲੇ ਜ਼ਮੀਨ ਹੈ, ਜਿਹੜੀ ਜ਼ਮੀਨ ਪਰਮਿਸਿਬਲ ਏਰੀਆ ਜਿੰਨੀ ਉਹ ਰੱਖ ਸਕਦਾ ਹੈ, ਉਹ ਰੱਖਣ ਤੋਂ ਬਾਅਦ ਜਿਹੜੀ ਜ਼ਮੀਨ ਬਚ ਗਈ ਦੈਟ ਵਿਲ ਬੀ ਸਰਪਲਸ, ਜਿਹਨੂੰ ਸਰਕਾਰ ਅਕਵਾਇਰ ਕਰਕੇ ਕਿਸੇ ਹੋਰ ਨੂੰ ਵੀ ਅਲਾਟ ਕਰ ਸਕਦੀ ਹੈ। ਠੀਕ ਹੈ ਜੀ। ਉਹਨੂੰ ਆਪਾਂ ਸਰਪਲਸ ਲੈਂਡ ਕਹਾਂਗੇ। ਮੀਨ ਦਾ ਏਰੀਆ ਅਦਰ ਦੈਨ ਦਾ ਰਿਜ਼ਰਵ ਏਰੀਆ, ਅਦਰ ਦੈਨ ਦਾ ਰਿਜ਼ਰਵ ਏਰੀਆ ਜਿਹੜਾ ਵਿਅਕਤੀ ਨੇ ਰਿਜ਼ਰਵ ਰੱਖ ਲਿਆ, ਆਪਣੇ ਪਾਸ ਰੱਖ ਲਿਆ, ਉਹਨੂੰ ਛੱਡ ਕੇ। ਐਂਡ ਵੇਅਰ ਨੋ ਏਰੀਆ ਹੈਜ਼ ਬੀਨ ਰਿਜ਼ਰਵਡ ਦਾ ਏਰੀਆ ਇਨ ਐਕਸੈਸ ਆਫ ਦਾ ਪਰਮਿਸਿਬਲ ਏਰੀਆ, ਪਰਮਿਸਿਬਲ ਏਰੀਆ ਤੋਂ ਜਿਹੜਾ ਵਾਧੂ ਰਕਬਾ ਹੈਗਾ ਉਹਨੂੰ ਅਸੀਂ
ਸਰਪਲਸ ਏਰੀਆ ਕਹਿ ਦਿੰਦੇ ਆ। ਨੈਕਸਟ ਆ ਗਿਆ ਜੀ ਟੇਨੈਂਟ 6 ਸੈਕਸ਼ਨ ਸਬਸੈਕਸ਼ਨ 6 ਟੇਨੈਂਟ। ਹੁਣ ਆਪਾਂ ਟੇਨੈਂਟ ਵਰਡ ਕਿਉਂ ਯੂਜ਼ ਹੋ ਰਿਹਾ ਹੈ? ਟੇਨੈਂਟ ਜਿਹੜਾ ਪੰਜਾਬ ਟੈਨੈਂਸੀ ਐਕਟ ਹੈ, ਪੰਜਾਬ ਟੈਨੈਂਸੀ ਐਕਟ 1887 ਸ਼ਾਇਦ ਹੈ ਜੀ, ਇਹਦੀ ਪਰਿਭਾਸ਼ਾ ਉੱਥੇ ਦਿੱਤੀ ਹੋਈ ਇਹਨੇ ਵੀ ਇੱਥੇ ਲਿਖਿਆ ਹੋਇਆ ਪੰਜਾਬ ਟੇਨੈਂਟ ਹੈਜ਼ ਦਾ ਮੀਨਿੰਗ ਅਸਾਈਨ ਟੂ ਇਟ ਇਨ ਦਾ ਪੰਜਾਬ ਟੈਨੈਂਸੀ ਐਕਟ 1887 ਐਂਡ ਇਨਕਲੂਡਸ ਸਬ ਟੇਨੈਂਟ। ਇੱਥੇ ਨੇ ਥੋੜੀ ਪਰਿਭਾਸ਼ਾ ਦੇਤੀ, ਬਾਕੀ ਛੱਡਤੀ ਟੈਨੈਂਸੀ ਐਕਟ ਤੇ। ਇੱਥੇ ਤੁਸੀਂ ਟੈਨੈਂਸੀ ਐਕਟ ਨੂੰ ਲੈ ਕੇ ਉੱਥੇ ਆਪਦੇ ਦੋ ਲਾਈਨਾਂ ਇੱਥੇ ਨਾਲ ਲਿਖ ਲਓਗੇ। ਟੇਨੈਂਟ ਕੌਣ ਹੁੰਦਾ ਹੈ? ਟੇਨੈਂਟ ਕੌਣ ਹੁੰਦਾ ਹੈ? ਆਪਾਂ ਜਵਾਨੀ ਗੱਲ ਕਰਦੇ ਹਾਂ। ਟੇਨੈਂਟ ਹੁੰਦਾ ਮਦਾਰਾ ਕਿਰਾਏਦਾਰ। ਦੇਖੋ ਕੋਈ ਬੰਦਾ ਆਪਣੀ ਕੋਈ ਦੁਕਾਨ ਨੂੰ ਕਿਰਾਏ ਤੇ ਦਿੰਦਾ ਹੈ ਜਾਂ ਆਪਣੇ ਘਰ ਨੂੰ ਕਿਰਾਏ ਤੇ ਦਿੰਦਾ ਕਿਸੇ ਨੂੰ, ਠੀਕ ਹੈ, ਜਿਹੜਾ ਮਾਲਕ ਹੈ ਉਹਨੂੰ ਲੈਂਡ ਓਨਰ ਕਹਿੰਦੇ ਆ, ਜਿਹੜਾ ਕਿਰਾਏ ਤੇ ਲੈਂਦਾ ਉਸ ਨੂੰ ਅਸੀਂ ਟੇਨੈਂਟ ਕਹਾਂਗੇ। ਜਿੰਨੇ ਸਾਡੇ ਮੁਕੱਦਮੇ ਕੋਰਟਾਂ 'ਚ ਚੱਲਦੇ ਨੇ, ਠੀਕ ਹੈ ਜੀ, ਜਿਹੜੀ ਪ੍ਰਾਪਰਟੀ ਹੈ ਉਹਨੂੰ ਅਸੀਂ ਟੈਨੈਂਸੀ ਕਹਿੰਦੇ ਆ, ਮਾਲਕ ਨੂੰ ਅਸੀਂ ਲੈਂਡ ਓਨਰ ਕਹਿੰਦੇ ਆ, ਤੇ ਜਿਹੜਾ ਕਿਰਾਏਦਾਰ ਹੁੰਦਾ ਉਹ ਅਸੀਂ ਟੇਨੈਂਟ ਕਹਿੰਦੇ ਆ, ਠੀਕ ਹੈ। ਟੇਨੈਂਟ ਕੌਣ ਹੈ ਹੋਇਆ ਫਿਰ? ਟੇਨੈਂਟ ਹੂ ਪੇਜ਼ ਦਾ ਰੈਂਟ। ਜਿਹੜਾ ਵੀ ਕੋਈ ਕਿਸੇ ਬਦਲੇ ਦੇ ਵਿੱਚ, ਚਾਹੇ ਉਹਦੇ ਕੋਲੇ ਕੋਈ ਪ੍ਰਾਪਰਟੀ ਮਤਲਬ ਕਿ ਨॉन ਐਗਰੀਕਲਚਰ ਹੈ, ਚਾਹੇ ਕੋਈ ਐਗਰੀਕਲਚਰ ਲੈਂਡ ਹੈ, ਜਿਹੜਾ ਵੀ ਕੋਈ ਕਿਰਾਇਆ ਅਦਾ ਕਰਦਾ ਉਸ ਪ੍ਰਾਪਰਟੀ ਦੇ ਪੋਜੀਸ਼ਨ ਦੇ ਵਿੱਚ, ਪ੍ਰਾਪਰਟੀ ਨੂੰ ਆਪਣੇ ਪੋਜੀਸ਼ਨ 'ਚ ਰੱਖਣ ਦੇ ਬਦਲੇ 'ਚ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਯੂਜ਼ ਕਰਦਾ, ਉਸ ਨੂੰ ਕਮਰਸ਼ੀਅਲ ਯੂਜ਼ ਕਰਦਾ ਹੈ, ਰੈਜ਼ੀਡੈਂਸ਼ੀਅਲ ਯੂਜ਼ ਕਰਦਾ ਹੈ, ਚਾਹੇ ਐਗਰੀਕਲਚਰ ਪਰਪਸ ਲਈ ਯੂਜ਼ ਕਰਦਾ ਹੈ, ਤਾਂ ਹੀ ਵਿਲ ਬੀ ਦਾ ਟੇਨੈਂਟ ਹੂ ਪੇਜ਼ ਦਾ ਰੈਂਟ। ਇੱਥੇ ਨੇ ਲਿਖਿਆ ਟੇਨੈਂਟ ਹੈਜ਼ ਦਾ ਮੀਨਿੰਗ ਅਸਾਈਨ ਟੂ ਇਟ in the Punjab Tenancy Act 1887 and include the sub tenant। सब टेनेंट भी हो सकता है ਅੱਗੇ ਦੇ ਕੇ ਫਰਦਰ ਉਹਨਾਂ ਟੈਨੈਂਸੀ ਆਪਣੇ ਇੰਸਟਰਕਸ਼ਨ ਦੇ ਮੁਤਾਬਕ, ਆਪਣੇ ਐਗਰੀਮੈਂਟ ਦੇ ਮੁਤਾਬਕ ਕਿਸੇ ਨੂੰ ਜੇ ਅੱਗੇ ਦਿੱਤੀ ਹੋਈ ਹੋਵੇ ਤਾਂ ਉਹਦੀ ਜਿਹੜਾ ਰਾਈਟਸ ਨੇ ਉਹ ਵੀ ਟੈਨੈਂਟਸ ਵਾਲੇ ਹੋਣਗੇ। ਐਂਡ ਕਲਟੀਵੇਟਿੰਗ ਸੈਲਫ ਕਲਟੀਵੇਟਿੰਗ ਲੈਸੀ, ਜਿਹਨੇ ਲੀਜ਼ ਤੇ ਲਈ ਹੀ ਹੁੰਦੀ ਹੈ, ਠੀਕ ਹੈ ਜੀ, ਬਟ ਸ਼ੈਲ ਨਾਟ ਇਨਕਲੂਡ ਅ ਪ੍ਰੈਜ਼ੈਂਟ ਹੋਲਡਰ ਐਜ਼ ਡਿਫਾਈਨਡ ਇਨ ਸੈਕਸ਼ਨ 2 ਰੀਸੈਟਲਮੈਂਟ ਐਕਟ ਦੀ ਗੱਲ ਨਹੀਂ ਕਰਦਾ। ਨੈਕਸਟ ਆ ਜਾਂਦਾ ਜੀ, ਤੁਸੀਂ ਇੱਥੇ ਨਾ ਆਪਣਾ ਇਸ ਡੈਫੀਨੇਸ਼ਨ ਦੇ ਨਾਲ ਤੁਸੀਂ ਆਪਣੀ ਜਿਹੜੀ ਦੋ ਲਾਈਨਾਂ ਹੈਗੀਆਂ ਨੇ ਉਹਦਾ ਸੈਕਸ਼ਨ ਦਾ ਹਵਾਲਾ ਵੀ ਦੇ ਦਿਓ ਨਾਲ ਟੈਨੈਂਸੀ ਐਕਟ ਦਾ। ਇੱਥੇ ਪੰਜਾਬ ਟੈਨੈਂਸੀ ਐਕਟ ਦਾ ਹਵਾਲਾ ਤਾਂ ਦਿੱਤਾ ਹੈ, ਪਰ ਸੈਕਸ਼ਨ ਜਿਹੜੀ ਹੈਗੀ ਆ ਉਹ ਜਿਹੜੀ ਡੈਫੀਨੇਸ਼ਨ ਕਲਾਸ ਹੈਗੀ ਹੈ, ਉਹ ਡੈਫੀਨੇਸ਼ਨ ਕਲਾਸ ਦੀ ਸੈਕਸ਼ਨ ਲਿਖ ਕੇ ਨਾਲ ਤੁਸੀਂ ਐਜ਼ ਪਰ ਪੰਜਾਬ ਟੈਨੈਂਸੀ ਐਕਟ ਜਿਹੜਾ ਟੈਨੈਂਟ ਹੁੰਦਾ ਕੌਣ ਹੁੰਦਾ ਉਹਦੀ ਇੱਥੇ ਪਰਿਭਾਸ਼ਾ ਦੇ ਦੇਣੀ ਹੈ, ਤਾਂ ਤੁਹਾਨੂੰ ਪੂਰੇ ਨੰਬਰ ਮਾਰਕ ਤਦ ਵੀ ਪੂਰੇ ਮਿਲ ਗਏ ਨੇ। ਜੇ ਤੁਸੀਂ ਇਹੀ ਲਿਖ ਦੋਗੇ ਤਾਂ ਫਿਰ ਤੁਹਾਡੇ ਜਿਹੜੇ ਨੰਬਰ ਨੇ ਉੱਥੇ ਰਹਿ ਜਾਂਦੇ ਨੇ। ਅੱਗੇ ਆ ਗਿਆ ਜੀ ਸਬਸੈਕਸ਼ਨ 7 ਈਅਰ। ਆਪਾਂ ਪਹਿਲਾਂ ਵੀ ਕਈ ਵਾਰੀ ਡਿਸਕਸ ਕਰ ਚੁੱਕੇ ਹਾਂ, ਬਾਰ-ਬਾਰ ਡਿਸਕਸ ਕਰਦੇ ਰਹਾਂਗੇ ਜਦੋਂ ਸਾਨੂੰ ਜਵਾਨੀ ਯਾਦ ਹੋ ਜਾਂਦਾ ਹੈ ਜੀ। ਪੰਜਾਬ ਟੈਨੈਂਸੀ ਐਕਟ ਦੀ ਸੈਕਸ਼ਨ 4 ਪੜ੍ਹੀ ਸੀ ਆਪਾਂ ਨੇ, ਉਹਦੇ ਵਿੱਚ ਵੀ ਡੈਫੀਨੇਸ਼ਨ ਕਲਾਸ ਸੀਗੀ। ਡੈਫੀਨੇਸ਼ਨ ਕਲਾਸ 'ਚ ਕੀ ਲਿਖਿਆ ਸੀਗਾ? ਈਅਰ ਐਗਰੀਕਲਚਰ ਈਅਰ ਕਿਹੜਾ ਹੁੰਦਾ ਹੈ? ਐਗਰੀਕਲਚਰ ਈਅਰ ਸਟਾਰਟ ਹੁੰਦਾ ਜੀ, ਦੇਖੋ ਜਿਹੜੇ ਰੈਵਨਿਊ ਦੇ ਕੁਝ ਬੰਦੇ ਸਾਡੇ ਦੂਜੇ ਸੈਕਸ਼ਨ ਦੇ ਹੈਗੇ ਨੇ, ਕਲੈਰੀਕਲ ਸਟਾਫ ਦੇ ਅਸਿਸਟੈਂਟਸ ਨੇ, ਕੁਝ ਰੀਡਰਸ ਨੇ, ਉਹਨਾਂ ਨੂੰ ਸ਼ਾਇਦ ਕਈ ਵਾਰੀ ਨਹੀਂ ਪਤਾ ਹੁੰਦਾ, ਸਾਡੇ ਜਿਹੜੇ ਪਟਵਾਰੀ ਕਾਨੂੰਗੋ ਇਹਨਾਂ ਨੂੰ ਤਾਂ ਸਾਰਿਆਂ ਨੂੰ ਜ਼ਿਆਦਾ ਜਾਣਕਾਰੀ ਹੁੰਦੀ ਹੈ। ਸਾਰਿਆਂ ਦੀ ਜਾਣਕਾਰੀ ਦੇ ਲਈ ਜਿਹੜਾ ਐਗਰੀਕਲਚਰ ਈਅਰ ਹੁੰਦਾ ਹੈ 16 ਜੂਨ ਤੋਂ ਸ਼ੁਰੂ ਹੁੰਦਾ ਹੈ ਜੀ। 16 ਜੂਨ ਕਿਉਂ ਰੱਖੀ ਗਈ ਹੈ? ਕਿਉਂਕਿ 16 ਜੂਨ ਤੋਂ ਜਿਹੜੀ ਸੋਨੇ ਦੀ ਜਿਹੜੀ ਫਸਲ ਹੈਗੀ ਹੈ, ਠੀਕ ਹੈ, ਉਦੋਂ 16 ਜੂਨ ਤੋਂ ਪਹਿਲਾਂ ਯਾਨੀ ਕਿ 15 ਮਈ ਤੋਂ ਪਹਿਲਾਂ ਕਬਜ਼ੇ ਤਬਦੀਲ ਹੋ ਜਾਣੇ ਖੇਤਾਂ ਦੇ। ਕਬਜ਼ੇ ਤਬਦੀਲ ਹੋ ਕੇ ਫਿਰ ਜਿਹੜਾ ਕਾਸ਼ਤਕਾਰ ਹੈਗਾ ਉਹ ਆਪਣੇ ਖੇਤਾਂ ਨੂੰ ਤਿਆਰ ਕਰਦਾ ਹੈ ਸੌਣ ਦੀ ਫਸਲ ਬੀਜਣ ਦੇ ਲਈ ਮਈ ਤੋਂ ਬਾਅਦ, ਠੀਕ ਹੈ ਜੀ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਵੀ 10 ਜੂਨ ਦਾ ਹੁਣ ਸਾਡੇ ਕੋਲ ਡੇਟ ਫਿਕਸ ਹੈਗੀ ਹੈ ਜੀ, ਅਸੀਂ ਜਿਹੜੀ ਜੀਰੀ ਦੀ ਫਸਲ ਬੀਜਣੀ ਹੁੰਦੀ ਹੈ ਉਹ 10 ਜੂਨ ਤੋਂ ਲਗਾਉਣੀ ਸਟਾਰਟ ਕਰਦੇ ਹਾਂ। ਇਹ ਜਿਹੜਾ ਹੈਗਾ ਜਿਹੜਾ ਮਹੀਨਾ ਜੂਨ ਦਾ ਕਹਿ ਲਈਏ ਮਈ, ਇਸੇ ਕਰਕੇ ਜਿਹੜੇ ਕਬਜ਼ੇ ਕਾਰਵਾਈਆਂ ਜਿਹੜੀਆਂ ਹੁੰਦੀਆਂ ਨੇ ਅਸੀਂ ਵੀ ਕੋਸ਼ਿਸ਼ ਕਰੀਏ ਜਿੰਨੇ ਵੀ ਸਾਡੇ ਕੋਲ ਵਾਰੰਟ ਆਫ ਪੋਜੈਸ਼ਨਸ ਵਗੈਰਾ ਆਉਂਦੇ ਨੇ, ਜੇ ਉਹ ਪਾਰਟੀਸ਼ਨ ਦੇ ਕੇਸਿਸ 'ਚ ਆਉਂਦੇ ਨੇ, ਜੇ ਕਿਸੇ ਸਿਵਲ ਕੋਰਟਾਂ ਵੱਲੋਂ ਵੀ ਆਉਂਦੇ ਨੇ, ਤੇ ਅਸੀਂ ਉਸ ਨੂੰ ਕੋਸ਼ਿਸ਼ ਕਰੀਏ ਵੀ 15 ਮਈ ਤੋਂ ਬਾਅਦ ਅਸੀਂ ਉਹਨੂੰ ਐਗਜ਼ੀਕਿਊਟ ਨਾ ਕਰਿਆ ਕਰੀਏ, ਉਸ 16 ਮਈ ਤੋਂ ਪਹਿਲਾਂ 15 ਮਈ ਤੋਂ ਪਹਿਲਾਂ ਅਸੀਂ ਐਗਜ਼ੀਕਿਊਸ਼ਨ ਕਰਨ ਦੀ ਕੋਸ਼ਿਸ਼ ਕਰਿਆ ਕਰੀਏ, ਠੀਕ ਹੈ ਜੀ। ਨੈਕਸਟ ਸੈਕਸ਼ਨ ਆ ਜਾਂਦਾ ਸਬ ਸੈਕਸ਼ਨ ਲੈਂਡ ਕੀ ਹੁੰਦੇ ਜੀ? ਲੈਂਡ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਇਹਦੇ ਵਿੱਚ ਸਿਰਫ ਜਿਹੜੀ ਉਹ ਹੈਗੀ ਹੈ ਲੈਂਡ ਦੇ ਵਿੱਚ ਜਿਹੜੀ ਰੈਵਨਿਊ ਸਟੇਟ ਪ੍ਰੋਪਰਟੀ ਵਿਦਨ ਦਾ ਰੈੱਡ ਲਾਈਨ, ਉਹਨੂੰ ਛੱਡ ਕੇ ਬਾਕੀ ਜਿਹੜੀਆਂ ਜ਼ਮੀਨਾਂ ਜਿਹਦੇ ਉੱਪਰ ਖੇਤੀ ਹੁੰਦੀ ਹੈ ਜਾਂ ਕਿਸੇ ਹੋਰ ਪਰਪਸ ਲਈ ਯੂਜ਼ ਕੀਤੀ ਜਾਂਦੀ ਹੈ, ਜਿਹਨੂੰ ਲੈਂਡ ਰੈਵਨਿਊ ਅਸੈਸ ਕੀਤਾ ਜਾਂਦਾ ਹੈ। ਮਤਲਬ ਇਹਨੇ ਲੈਂਡ ਕਿਹਨੂੰ ਕਿਹਾ? ਜਿਹੜੀ ਅਸੈਸਮੈਂਟ
ਚੈਪਟਰ ਦੇ ਅਧੀਨ ਜਿਹਨੇ ਸੈਕਸ਼ਨਸ 40 41 ਤੋਂ 41 ਤੋਂ ਸ਼ੁਰੂ ਹੁੰਦੀਆਂ ਨੇ ਲੈਂਡ ਐਕਟ ਅਸੀਂ ਪੜ੍ਹ ਕੇ ਹਟੇ ਹਾਂ, ਜਿਹਨਾਂ ਲੈਂਡ ਨੂੰ ਅਸੈਸਮੈਂਟ ਹੁੰਦੀ ਹੈ, ਜਿਹਨੂੰ ਲੈਂਡ ਨੂੰ ਲਗਾਇਆ ਜਾਂਦਾ ਹੈ, ਠੀਕ ਹੈ ਜੀ। ਬੇਸ਼ੱਕ ਜੰਮਸ਼ਨ ਹੋਵੇ ਨਾ ਹੋਵੇ ਉਹ ਗੱਲ ਵੱਖਰੀ ਹੈ। ਲੈਂਡ ਐਂਡ all other terms used but not defined in this act, ठीक है, shall have the same meaning as are assigned to them in the Punjab Tenancy Act। देखो इत्थे आके ने फिर पिछे हट गया, इन्हें इत्थे आके डेफिनेशन नहीं ਦਿੱਤੀ ਹੈਗੀ लैंड ਦੀ, ठीक है। ਅਸੀਂ ਪੰਜਾਬ ਟੈਨੈਂਸੀ ਐਕਟ ਤੋਂ ਲੈਸ਼ਨ ਦੀ ਡੈਫੀਨੇਸ਼ਨ ਸਾਨੂੰ ਕਹਿਤਾ ਦੇਣ ਲਈ ਤੁਸੀਂ ਪੰਜਾਬ ਟੈਨੈਂਸੀ ਐਕਟ ਦੀ ਸੈਕਸ਼ਨ ਹੈਗੀ ਹੈ ਜਿਹੜੀ ਡੈਫੀਨੇਸ਼ਨ ਕਲਾਸ ਹੈਗੀ ਆ, ਉਹਨੂੰ ਲੈ ਕੇ ਤੁਸੀਂ ਇੱਥੇ ਆਪਾਂ ਇੱਕ ਲੈਂਡ ਦੀ ਬਾਰੇ ਲਿਖ ਸਕਦੇ ਹੋ, ਲਿਖਣੀ ਚਾਹੀਦੀ ਹੈ। मतलब कि सिर्फ ਤੁਸੀਂ ਚੱਕ ਕੇ ਇਹ ਡੈਫੀਨੇਸ਼ਨ ਨਹੀਂ ਦੇਣੀ ਹੈਗੀ ਜੇ ਸਾਡੇ ਕੋਲ ਡੈਫੀਨੇਸ਼ਨ ਲੈਂਡ ਦੀ ਆ ਜਾਂਦੀ ਹੈ। ਨੈਕਸਟ ਹੈ ਜੀ ਸਬ ਕਲਾਸ सब सेक्शन 9 सेल्फ कल्टीवेशन। मतलब सेल्फ कल्टीवेशन क्या? कल्टीवेशन बाय द लैंड ओनर। जो मालक ਦਾ कुछ रकबा सरप्लस निकल जाता है ਜਾਂ ਨਿਕਲਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਨੂੰ ਆਪਦੀ ਜਿਹੜੀ ਹੈਗੀ ਹੈ ਇੱਕ ਰਿਟਰਨ ਭਰ ਕੇ ਦੇਣੀ ਹੁੰਦੀ ਹੈ, ਜਿਹਦੇ ਵਿੱਚ ਕੀ ਕਰਦਾ ਉਹ ਆਪਣਾ ਜਿਹੜਾ ਉਹਦੇ ਕੋਲੇ ਰਕਬਾ ਜਿਹਨੂੰ ਉਹ ਰੱਖਣਾ ਚਾਹੁੰਦਾ ਹੁੰਦਾ ਹੈ, ਸੈਲਫ ਕਲਟੀਵੇਸ਼ਨ ਕਰਨਾ ਚਾਹੁੰਦਾ ਹੁੰਦਾ ਹੈ, ਉਹ ਵੀ ਆਇਡੈਂਟੀਫਾਈ ਕਰਦਾ ਹੈ, ਤੇ ਜਿਹੜੀ ਲੈਂਡ ਉਹ ਛੱਡਣੀ ਚਾਹੁੰਦਾ ਹੁੰਦਾ ਹੈ ਉਹ ਵੀ ਆਇਡੈਂਟੀਫਾਈ ਕਰਦਾ ਹੈ। ਉਹ ਕੰਸਰਨ ਪਟਵਾਰੀ ਹਲਕਾ ਨੂੰ ਇੱਕ ਰਿਟਰਨ ਭਰ ਕੇ, ਠੀਕ ਹੈ, ਪੰਜਾਬ ਦੇ ਕਿਹੜੇ ਕਿਹੜੇ ਪਿੰਡਾਂ 'ਚ ਕਿੰਨਾ ਉਹਦਾ ਏਰੀਆ ਹੈਗਾ, ਉਹ ਕੰਸਰਨ ਏਰੀਆ ਦੇ ਪਟਵਾਰੀ ਨੂੰ ਰਿਟਰਨ ਭਰ ਕੇ ਦੇਵੇਗਾ ਵੀ ਆਹ ਏਰੀਆ ਮੈਨੇ ਸੈਲਫ ਕਲਟੀਵੇਸ਼ਨ ਦੇ ਲਈ। ਸੈਲਫ ਕਲਟੀਵੇਸ਼ਨ ਮਤਲਬ ਇਹ ਨਹੀਂ ਵੀ ਜਾ ਕੇ ਖੁਦ ਹੀ ਖੇਤੀ ਕਰੇ, ਸੈਲਫ ਕਲਟੀਵੇਸ਼ਨ ਬਾਏ ਦਾ ਵਾਈਫ ਵੀ ਹੋ ਸਕਦੀ ਹੈ, ਪ੍ਰਬੰਧਕ ਉਹਦੀ, ਤੇ ਉਹ ਆਪਣੇ ਫੈਮਿਲੀ ਮੈਂਬਰ ਰਾਹੀਂ ਆਪਣੇ ਪਰਿਵਾਰ ਦੇ ਮੈਂਬਰਾਂ ਰਾਹੀਂ ਵੀ ਕਲਟੀਵੇਸ਼ਨ ਕਰਵਾ ਸਕਦਾ ਹੈ, ਆਪਣੇ ਨੌਕਰ ਰੱਖ ਕੇ ਵੀ ਖੇਤੀਬਾੜੀ ਕਰਵਾ ਸਕਦਾ ਹੈ, ਠੀਕ ਹੈ ਜੀ। means cultivation by landowner either personally or through his wife or children or through such of his relations as may be prescribed or under his supervision। अब जिस सुपरविजन ਦੇ ਵਿੱਚ ਉਹ ਯਾਨੀ ਕਿ ਆਪਾਂ ਗੱਲ ਕਰਦੇ ਵੀ ਖੇਤੀ ਨੌਕਰ ਰੱਖ ਕੇ ਵੀ ਕਰਵਾ ਸਕਦਾ ਹੈ, ਪੇਡ मतलब ਕਿ ਆਪਦੀ ਪੇਮੈਂਟ ਦੇ ਕੇ ਖੇਤੀ ਜਿਹੜੀ ਕਰਵਾ ਸਕਦਾ, ਉਹਨੂੰ ਸਾਰਾ ਉਹਨੂੰ ਸੈਲਫ ਕਲਟੀਵੇਸ਼ਨ ਦੀ ਪਰਿਭਾਸ਼ਾ ਚ ਆ ਜਾਂਦੇ ਆ। ਪ੍ਰਸਕ੍ਰਾਈਬ ਛੱਡ ਦੋ ਜੀ, ਅੱਗੇ ਆ ਗਿਆ ਡਿਸਪਲੇਸਡ ਪਰਸਨਸ। ਡਿਸਪਲੇਸਡ ਪਰਸਨਸ ਕੌਣ ਹੁੰਦੇ ਨੇ? ਦੇਖੋ ਆਪਾਂ ਗੱਲ ਕੀਤੀ ਹੈ ਡਿਸਪਲੇਸਡ ਪਰਸਨਸ, ਇੰਪੋਰਟੈਂਟ ਗੱਲ ਹੈਗੀ ਹੈ। ਇੱਕ ਆਮ ਬੰਦਾ, ਇੱਕ ਆਮ ਲੈਂਡ ਓਨਰ 30 ਸਟੈਂਡਰਡ ਏਕੜ ਰਕਬਾ ਰੱਖ ਸਕਦਾ ਸੀਗਾ, ਪਰ ਜਿੱਥੇ ਡਿਸਪਲੇਸਡ ਪਰਸਨ ਦੀ ਗੱਲ ਕੀਤੀ ਗਈ ਹੈ ਉਹਨੂੰ ਇੱਥੇ ਐਗਜ਼ੈਂਪਸ਼ਨ ਦਿੱਤੀ ਗਈ ਵੀ ਉਹਦੇ ਲਈ ਰਕਬਾ ਹੈਗਾ ਸੀ 50 ਸਟੈਂਡਰਡ ਏਕੜ ਰੱਖ ਸਕਦਾ ਹੈ ਇਸ ਐਕਟ ਦੇ ਤਹਿਤ, ਠੀਕ ਹੈ। has the meaning assigned it in the East Punjab Displaced Persons Land Settlement Act 1949। ਜਦੋਂ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਬਹੁਤ ਸਾਰੇ ਲੋਕ ਇੱਧਰ ਤੇ ਉੱਧਰ ਗਏ, ਕੁਝ ਲੋਕ ਪਾਕਿਸਤਾਨ ਤੋਂ ਡਿਸਪਲੇਸ ਹੋ ਕੇ ਇੰਡੀਆ 'ਚ ਸੈਟਲ ਹੋਏ। ਉਸ ਵੇਲੇ ਇਹ ਐਕਟ ਬਣੇ ਲੋਕਾਂ ਦੀ ਰੀਸੈਟਲਮੈਂਟ ਵਾਸਤੇ। ਰਿਹੈਬਿਲਿਟੇਸ਼ਨ ਡਿਪਾਰਟਮੈਂਟ ਤੁਸੀਂ ਸਾਰੇ ਨੂੰ ਪਤਾ ਹੀ ਹੋਏਗਾ, ਰਿਹੈਬਿਲਿਟੇਸ਼ਨ ਡਿਪਾਰਟਮੈਂਟ ਬਣਿਆ ਲੋਕਾਂ ਨੂੰ ਰਿਹੈਬਿਲਿਟੇਟ ਕਰਨ ਦੇ ਲਈ, ਲੋਕਾਂ ਨੂੰ ਮੁੜ ਵਸਾਉਣ ਦੀ ਖਾਤਰ, ਠੀਕ ਹੈ। ਐਕਟ ਬਣਾਏ ਗਏ ਵੱਖਰੇ ਵੱਖਰੇ, ਠੀਕ ਹੈ। ਇਹ ਜਿਹੜਾ ਐਕਟ ਸੀਗਾ ਈਸਟ ਪੰਜਾਬ, ਦੇਖੋ ਈਸਟ ਪੰਜਾਬ ਦੀ ਗੱਲ ਕਰ ਰਿਹਾ, ਈਸਟ ਪੰਜਾਬ ਮਤਲਬ ਕਿ ਵੈਸਟ ਪੰਜਾਬ ਨੂੰ ਛੱਡ ਕੇ ਪਾਕਿਸਤਾਨ ਦੀ ਗੱਲ ਨਹੀਂ ਕਰ ਰਿਹਾ। ਈਸਟ ਪੰਜਾਬ, ਈਸਟ ਪੰਜਾਬ ਡਿਸਪਲੇਸਡ ਪਰਸਨਸ ਲੈਂਡ ਸੈਟਲਮੈਂਟ ਐਕਟ 1949 ਬਣਾਇਆ ਗਿਆ ਵੀ ਉਹਨਾਂ ਦੀ ਜਿਹੜੀ ਲੈਂਡ ਦੀ ਸੈਟਲਮੈਂਟ ਕਿਵੇਂ ਕੀਤੀ ਜਾਵੇ। ਜਿਹੜੇ ਬੰਦੇ ਉੱਧਰੋਂ ਆਏ ਹੈ ਡਿਸਪਲੇਸ ਹੋ ਕੇ, ਚਾਹੇ ਉਹ ਕਿਤੋਂ ਵੀ ਆਇਆ ਹੋਵੇ ਡਿਸਪਲੇਸ ਹੋ ਕੇ, ਇੰਡੀਆ 'ਚ ਵੀ ਤਾਂ ਦੰਗੇ ਹੋਏ ਸੀਗੇ ਉਸ ਵੇਲੇ। ਇੰਡੀਆ ਦੇ ਕਿਸੇ ਕੋਨੇ ਤੋਂ ਡਿਸਪਲੇਸ ਹੋ ਕੇ ਬੰਦਾ ਆ ਗਿਆ ਹੋਵੇ ਪੰਜਾਬ ਦੇ ਵਿੱਚ, ਤੇ ਉਹਨੂੰ ਪੰਜਾਬ ਦੇ ਉੱਥੇ ਜ਼ਮੀਨ ਉਹਨੇ ਛੱਡਤੀ ਹੋਵੇ ਆਪਦੀ, ਤੇ ਉੱਥੇ ਸਰਕਾਰ ਨੇ ਜਾਨੀ ਕਿ ਉਹਦੀ ਪ੍ਰੋਪਰਟੀ ਲੈ ਲਈ ਹੋਵੇ, ਤੇ ਉਹਨੂੰ ਅੱਗੇ ਪੰਜਾਬ ਦੇ ਵਿੱਚ ਰੀਸੈਟਲਮੈਂਟ ਕਰਨ ਦੇ ਲਈ, ਰਿਹੈਬਿਲਿਟੇਸ਼ਨ ਕਰਨ ਦੇ ਲਈ ਇਹ ਐਕਟ ਬਣਾਏ ਗਏ। ਇਸ ਐਕਟ ਦੇ ਤਹਿਤ ਜਿਹਦੀ ਪਰਿਭਾਸ਼ਾ ਹੈਗੀ ਹੈ ਉਹਨੂੰ ਡਿਸਪਲੇਸ ਪਰਸਨ ਦੀ ਪਰਿਭਾਸ਼ਾ ਦੇ ਵਿੱਚ ਆਉਂਦਾ ਹੈਗਾ, ਵਰਤੀ ਜਾਂਦੀ ਹੈ। ਜਿਹੜਾ ਅੱਜ ਦਾ ਲੈਕਚਰ ਹੈ ਜੀ, ਹਾਂਜੀ ਮੈਨੂੰ ਆਵਾਜ਼ ਨਹੀਂ ਸਮਝ ਆ ਰਹੀ, ਤੁਹਾਡੀ ਆਵਾਜ਼ ਡਿਸਟਰਬੈਂਸ ਬਹੁਤ ਜ਼ਿਆਦਾ ਹੈ। ਹਾਂਜੀ ਸਟੈਂਡਰਡ ਏਕੜ, ਹਾਂ ਜੀ ਜੀ। ਜਿਹੜੇ ਅੱਜ ਦੇ ਅੱਜ ਵੀ ਰੇਡੀਓ ਤੋਂ ਕਲਟੀਵੇਟ ਟੈਕਸ ਰਿਕੁਆਇਰਮੈਂਟ ਦਿੱਤਾ
ਤਾਂ ਕਿਆ ਉਹ ਜਿਹੜਾ ਨੰਬਰ ਦੀ ਚਾਹੀਦੀ ਕਿ ਜਿਹੜਾ ਚੱਲ ਰਿਹਾ ਟੀਮ ਮਤਲਬ ਉਹਦੇ ਰਿਕਾਰਡ ਹੋਏਗਾ ਜਾਂ ਅੱਜ ਦੇ ਸਥਿਤੀ ਦੇ ਰਿਕਾਰਡ ਅੱਜ ਤਾਂ ਸਾਰਾ ਕੁਝ ਸਿਸਟਮ ਬਦਲ ਗਿਆ ਜੀ। ਜੀ ਅੱਜ ਤਾਂ ਸਾਰੀ ਰਕਬਾ ਆਲਮੋਸਟ 16 ਆਨੇ ਦਾ ਹੋ ਗਿਆ। ਜੀ 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 ਹਾਂ ਜੀ ਹਾਂ, ਇਹ ਉਸ ਵੇਲੇ ਦੇਖਿਆ ਜਾਣਾ ਹੈ। ਹਾਂ ਠੀਕ ਹੈ ਜੀ, ਅੱਜ ਦਾ ਲੈਕਚਰ ਮੈਂ ਖਤਮ ਕਰਨ ਲੱਗਿਆ ਜੀ। ਤੇ ਕਿਸੇ ਦਾ ਕੋਈ ਕੁਐਸਚਨ ਹੈਗਾ ਤਾਂ ਉਹ ਕਰ ਸਕਦਾ ਹੈ। ਸਰ ਇੱਕ ਫੀਸ ਬਾਰੇ ਫੀਸ ਬਾਰੇ? ਅੱਛਾ ਹਾਂ, ਉਹ ਮੇਰਾ ਜਿਹੜਾ ਸਟਾਫ ਹੈ ਉਹਨੂੰ ਵਾਰ-ਵਾਰ ਫੀਸ ਨਾ ਕਹਿਣਾ ਪਵੇ ਪਲੀਜ਼, ਠੀਕ ਹੈ। ਆਪਣੇ ਆਪ ਹੀ ਤੁਸੀਂ ਸਾਰੇ ਸਿਆਣੇ ਹੋ, ਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਮੈਨੂੰ ਦੱਸ ਸਕਦਾ, ਮੈਂ ਉਹਦੀ ਫੀਸ ਮਾਫ ਵੀ ਕਰ ਦੇਵਾਂਗਾ। ਜੇ ਕਿਸੇ ਦੀ ਕੋਈ ਦਿੱਕਤ ਹੁੰਦੀ ਹੈ, ਮੇਬੀ ਕਿਸੇ ਦੀ ਕੋਈ ਕਲਾਸ ਲਗਾਉਣ 'ਚ ਕੋਈ ਟਾਈਮਿੰਗ ਦੀ ਐਡਜਸਟਮੈਂਟ ਹੋ ਸਕਦੀ ਹੈ, ਉਹ ਵੱਖਰੀ ਗੱਲ ਹੈ। ਉਹਦੇ ਬਾਰੇ ਵੀ ਅਸੀਂ ਆਪਾਂ ਉਹਨੂੰ ਵੀਡੀਓ ਲੈਕਚਰਸ ਵਗੈਰਾ ਭੇਜ ਦੇਵਾਂਗੇ। ਤੇ ਇਹ ਜਿਹੜਾ ਅਸੀਂ ਵੀਡੀਓ ਲੈਕਚਰ ਦੀ ਗੱਲ ਚੱਲ ਰਹੀ ਹੈ, ਉਹ YouTube ਦਾ ਜਿਹੜਾ ਸਰਵਰ ਸੀਗਾ ਉਹ ਥੋੜਾ ਡਾਊਨ ਚੱਲ ਰਿਹਾ ਹੁਣ ਕਰਕੇ ਨਾ, ਉਹਨੇ ਸਾਡੀਆਂ ਵੀਡੀਓਜ਼ ਅਜੇ ਐਕਸੈਪਟ ਨਹੀਂ ਕੀਤੀਆਂ ਹੈਗੀਆਂ। ਇਹ ਥੋੜਾ ਜਿਹਾ ਟਾਈਮ ਲੱਗੇਗਾ, ਜਿਹਦੇ ਵਿੱਚ ਤੁਹਾਨੂੰ ਜਿਹੜੀਆਂ ਵੀਡੀਓਜ਼ ਦੀਆਂ ਹੈਗੀਆਂ ਜਿਹਨੂੰ ਜ਼ਰੂਰਤ ਹੋਵੇਗੀ ਉਹ ਅਸੀਂ ਵੀਡੀਓਜ਼ ਪ੍ਰੋਵਾਈਡ ਵੀ ਕਰ ਦੇਵਾਂਗੇ। ਪਰ ਪਲੀਜ਼ ਮੇਰੇ ਸਟਾਫ ਨੂੰ ਵਾਰ-ਵਾਰ ਇਸ ਤੇ ਸਮਾਂ ਖਰਾਬ ਨਾ ਕਰਨਾ ਪਵੇ, ਤਾਂ ਕਿ ਇਹਨਾਂ ਦਾ ਜਿਹੜਾ ਕੰਮ ਹੈਗਾ ਵੀਡੀਓ ਰਿਕਾਰਡਿੰਗ ਕਰਨਾ, ਵੀਡੀਓ ਦੀ ਐਡੀਟਿੰਗ ਕਰਨੀ, ਵੀਡੀਓ ਦੀ ਤੁਹਾਨੂੰ ਅੱਗੇ ਮਤਲਬ ਕਿ ਭੇਜਣੀਆਂ ਕਰਨੀਆਂ, ਠੀਕ ਹੈ। ਤੁਸੀਂ ਸਾਰੇ ਹੀ ਸਮਝਦਾਰ ਬੰਦੇ, ਸਾਰੇ ਸਿਆਣੇ ਹੋ, ਤੇ ਮੈਂ ਤਾਂ ਕਹਿੰਦਾ ਚੰਗਾ ਨਹੀਂ ਲੱਗਦਾ ਹੈਗਾ। ਜੇ ਕਿਸੇ ਨੂੰ ਲਿੰਕਸ ਦੀ ਜ਼ਰੂਰਤ ਹੈ, ਕਿਸੇ ਕੋਲੇ ਲਿੰਕ ਨਹੀਂ ਆਇਆ ਹੈਗਾ, ਮਤਲਬ ਕਿ ਬੈਂਕ ਦੇ ਡਿਟੇਲਸ ਨਹੀਂ ਮਿਲੇ, ਜੇ ਕਹੋ ਅਸੀਂ ਇਹਦੇ ਵਿੱਚ ਆਨਲਾਈਨ ਗਰੁੱਪ 'ਚ ਪਾ ਦਿੰਦੇ ਬੈਂਕ ਡਿਟੇਲਸ, ਠੀਕ ਹੈ। ਜੇ ਕਿਸੇ ਨੇ ਫੀਸ ਜਮ੍ਹਾਂ ਕਰਾ ਦਿੱਤੀ ਹੈ ਤਾਂ ਉਹ ਆਪਣੀ ਰਸੀਦ ਦੀ ਕਾਪੀ ਭੇਜ ਦੇਵੇ, ਤਾਂ ਕਿ ਜਿਹੜਾ ਰਿਕਾਰਡ ਹੈ ਪ੍ਰੋਪਰ ਮੇਨਟੇਨ ਹੋਵੇ। ਜੇ ਤੁਸੀਂ ਕਹੋਗੇ ਤਾਂ ਮੈਂ ਸਟਾਫ ਨੂੰ ਕਹਿ ਕੇ ਜਿਹਦੀ ਫੀਸ ਨਹੀਂ ਆਈ ਹੈ, ਜੇ ਕਹੋਗੇ ਅਸੀਂ ਆਨਲਾਈਨ ਗਰੁੱਪ 'ਚ ਵੀ ਪਾ ਦਾਂਗੇ, ਪਰ ਮੈਂ ਨਹੀਂ ਚਾਹਾਂਗਾ ਵੀ ਆਨਲਾਈਨ ਗਰੁੱਪ 'ਚ ਪਾਉਣਾ, ਇਸ ਕਰਕੇ ਪਰਸਨਲ ਤੇ ਠੀਕ ਰਹਿੰਦਾ ਹੈਗਾ ਸਿਸਟਮ ਇਹ, ਠੀਕ ਹੈ। ਆਨਲਾਈਨ ਦਾ ਜਿਹੜਾ ਇਹ ਹੈਗਾ ਬੈਂਕ ਡਿਟੇਲਸ ਮੈਂ ਆਨਲਾਈਨ ਤੇ ਪਾ ਦੇਣਾ, ਤਾਂ ਕਿ ਤੁਹਾਨੂੰ ਸਾਰਿਆਂ ਨੂੰ ਸੁਵਿਧਾ ਰਹੇ। ਕਿਸੇ ਦਾ ਕੋਈ ਕੁਐਸਚਨ ਹੈ ਕਰ ਸਕਦਾ ਹੈ ਸਰ ਇੱਕ ਸੈਕਿੰਡ ਲੈਣਾ ਜੀ। ਫੀਸ ਦੇਣੀ ਬੈਂਕ ਡਿਟੇਲਸ ਪਾਈਆਂ ਹੁੰਦੀਆਂ, ਤੁਹਾਨੂੰ ਨਹੀਂ ਮਿਲੀਆਂ ਤਾਂ ਮੈਂ ਬੈਂਕ ਆਨਲਾਈਨ ਕਹਿ ਦਾਂ ਵੀ ਆਨਲਾਈਨ ਜਿਹੜਾ ਗਰੁੱਪ ਹੈ ਇਹ 'ਚ ਪਾ ਦੇਣਾ ਬੈਂਕ ਦੀ ਡਿਟੇਲ, ਠੀਕ ਹੈ। ਹਾਂ, ਉੱਥੇ ਬੈਂਕ ਦੀ ਡਿਟੇਲ ਪਾ ਦੇਣੇ ਆ ਤੁਹਾਨੂੰ। ਵੈਸੇ ਤਾਂ ਮੇਰੇ ਸਟਾਫ ਦੇ ਤੋਂ ਆਨਲਾਈਨ ਦਾ ਉਹਦਾ ਮੈਸੇਜ ਆਉਂਦਾ ਹੋਏਗਾ, ਵੱਖਰੇ ਮੇਰੇ ਨੰਬਰ ਤੋਂ ਨਹੀਂ ਆਇਆ ਹੋਣਾ, ਕਿਸੇ ਹੋਰ ਨੰਬਰ ਤੋਂ ਤੁਹਾਡੇ ਕੋਈ ਮੈਸੇਜ ਆਇਆ ਹੋਏਗਾ, ਹੈ ਨਾ। ਠੀਕ ਹੈ ਹਾਂ, ਕੋਈ ਹੋਰ ਨਾ ਮੈਂ ਮਾਈਕ ਬੰਦ ਕਰ ਲਓ, ਆਪਣੇ ਆਵਾਜ਼ ਨਹੀਂ ਸੁਣਦੀ ਬੰਦੇ ਦੀ, ਬਾਕੀ ਤਾਂ ਸਪੀਕਰ ਆਪਣਾ ਮਾਈਕ ਬੰਦ ਕਰੋ। ਕਿਸੇ ਹੋਰ ਨੰਬਰ ਤੋਂ ਤੁਹਾਡੇ ਕੋਲ ਬੈਂਕ ਦੀਆਂ ਡਿਟੇਲਸ ਵੀ ਆਈਆਂ ਹੋਣਗੀਆਂ ਸਾਰਿਆਂ ਦੇ। ਜੇ ਕਿਸੇ ਦੀ ਨਹੀਂ ਆਈ ਤਾਂ ਮੈਂ ਆਨਲਾਈਨ ਗਰੁੱਪ ਤੇ ਕਹਿਣਾ ਮੁੰਡਿਆਂ ਨੂੰ ਉਹ ਪਾ ਦਾਂਗੇ, ਆਨਲਾਈਨ ਗਰੁੱਪ ਤੇ ਬੈਂਕ ਦੀ ਡਿਟੇਲਸ ਪਾ ਦਾਂਗੇ, ਠੀਕ ਹੈ। ਇਹ ਜੇ ਤੁਸੀਂ ਕਹੋਗੇ ਮੈਂ ਜਿਹਦੀ ਲਿਸਟ ਹੈਗੀ ਹੈ ਕਿਹਦੀ ਫੀਸ ਆਈ ਕਿਹਦੀ ਨਹੀਂ ਆਈ, ਜੇ ਕਹੋਗੇ ਮੈਂ ਆਨਲਾਈਨ ਗਰੁੱਪ ਤੇ ਪਾ ਦਾਂ, ਪਰ ਮੈਂ ਨਹੀਂ ਚਾਹੁੰਦਾ ਵੀ ਆਨਲਾਈਨ ਗਰੁੱਪ ਤੇ ਥੋੜਾ ਠੀਕ ਰਹਿੰਦਾ ਹੈ, ਸੈਪਰੇਟਲੀ ਤੁਹਾਡੇ ਪਰਸਨਲ ਅਕਾਊਂਟ ਤੇ ਜਾਵੇ, ਤੁਹਾਡੇ ਪਰਸਨਲ ਤੇ ਹੀ ਇਹ ਹੋਵੇ, ਠੀਕ ਹੈ ਜੀ। ਕਿਸੇ ਦਾ ਕੋਈ ਕੁਐਸਚਨ ਹੋਰ ਹੈਗਾ ਤਾਂ ਮੈਨੂੰ ਦੱਸ ਸਕਦਾ ਹੈ। ਇਹ ਆਪਾਂ ਕੱਲ ਨੂੰ ਕੰਟੀਨਿਊ ਕਰਾਂਗੇ। ਇਹੀ ਜਿਹੜੇ ਇਹ ਐਕਟ ਨੇ ਨਾ ਦੋਨੇ, ਇਹਨਾਂ ਤੇ ਮੈਂ ਜ਼ਿਆਦਾ ਜ਼ੋਰ ਨਹੀਂ ਦੇਵਾਂਗਾ। ਪੰਜਾਬ ਜਿਹੜਾ ਪੈਪਸੂ ਐਕਟ ਹੈ ਤੇ ਪੰਜਾਬ ਐਕਟ ਹੈ, ਇਹਨਾਂ ਤੇ ਮੈਂ ਜ਼ਿਆਦਾ ਜ਼ੋਰ ਨਹੀਂ ਦੇਵਾਂਗਾ। ਜਿਹੜਾ ਮੇਨ ਦੋਨੇ ਐਕਟ ਰਿਪੀਲ, ਪਰ ਬੇਸਿਕ ਜਾਣਕਾਰੀ ਹੋਣੀ ਜ਼ਰੂਰੀ ਸੀਗੀ। ਆਪਾਂ ਸੁਣਦੇ ਆ ਰਹੇ 30 ਸਟੈਂਡਰਡ ਏਕੜ, 30 ਸਟੈਂਡਰਡ ਏਕੜ, 30 ਸਟੈਂਡਰਡ ਏਕੜ, ਕਿੱਥੇ 30 ਸਟੈਂਡਰਡ ਏਕੜ ਲਿਖਿਆ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਵੀ ਇੱਥੇ ਲਿਖਿਆ ਹੋਇਆ ਵੀ ਰਕਬਾ ਸੀ 30 ਸਟੈਂਡਰਡ ਏਕੜ ਰੱਖ ਸਕਦੇ ਸੀ, ਪਰ ਹੁਣ ਨਹੀਂ ਰੱਖ ਸਕਦੇ। ਹੁਣ ਜਿਹੜਾ ਲੈਂਡ ਰਿਫਾਰਮਸ ਐਕਟ ਹੈਗਾ ਉਹ ਲਾਗੂ ਹੋ ਚੁੱਕਿਆ 1972 ਦੇ ਵਿੱਚ, ਤੇ ਉਹਦੇ ਤੇ ਜ਼ਿਆਦਾ ਕੁਐਸਚਨ ਆਉਣਗੇ, ਠੀਕ ਹੈ। ਕੱਲ ਨੂੰ ਆਪਾਂ ਡਿਸਕਸ ਕਰਾਂਗੇ ਦੁਬਾਰਾ ਇਹੀ। ਇਹ ਪੈਰਲਲ ਜਿਹੜੇ ਤਿੰਨੇ ਐਕਟ ਨੇ ਪੈਰਲਲ ਚੱਲਣਗੇ ਜੀ, ਏਦਾਂ ਹੀ ਇਹ ਤਿੰਨੇ ਐਕਟ ਦੀ ਜਿਹੜੀ ਸਟੱਡੀ ਹੈ ਇਹ ਪੈਰਲਲ ਚੱਲੇਗੀ, ਤਿੰਨੇ ਨਾਲ ਚੱਲਣਗੇ ਜੀ, ਤਾਂ ਹੀ ਤੁਹਾਨੂੰ ਸਮਝ ਆਉਣਗੇ। ਜੇ ਮੈਂ ਇਕੱਲਾ ਐਕਟ ਪੜਾਂਗਾ ਤਾਂ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ। ਇਹ ਪੈਪਸੂ ਐਕਟ ਤੇ ਪੈਪਸੂ ਟੈਨੈਂਸੀ ਐਕਟ ਤੇ ਪੰਜਾਬ ਐਕਟ 53, ਪੈਪਸੂ ਐਕਟ 55 ਤੇ ਲੈਂਡ ਰਿਫਾਰਮਸ ਐਕਟ 1972, ਇਹ ਤਿੰਨੇ ਐਕਟ ਪੈਰਲਲ ਚੱਲਣਗੇ। 2-3 ਦਿਨਾਂ ਦੇ ਵਿੱਚ ਮੈਂ ਇਹਨੂੰ ਖਤਮ ਕਰ ਦਾਂਗਾ, ਤੇ ਫਿਰ ਆਪਾਂ ਅੱਗੇ ਵਧਾਂਗੇ ਰਜਿਸਟ੍ਰੇਸ਼ਨ ਐਕਟ ਦੇ ਵਿੱਚ, ਰਜਿਸਟ੍ਰੇਸ਼ਨ ਐਕਟ ਤੇ ਆਪਣਾ ਸਟੈਂਪ ਐਕਟ ਦੇ ਵਿੱਚ ਜਾਵਾਂਗੇ, ਠੀਕ ਹੈ ਜੀ। ਅੱਜ ਦਾ ਜਿਹੜਾ ਲੈਕਚਰ ਹੈ ਜੀ, ਕਲਾਸ ਇਜ਼ ਓਵਰ। ਥੈਂਕ ਯੂ ਵੈਰੀ ਮਚ।